ਜੱਜ ਦਾ ਵਿਚਾਰ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਪ੍ਰਾਈਮ ਮਿਨਿਸਟਰ ਟੈਲੀਵਿਜ਼ਨ ਦੇਖ ਰਹੇ ਹੋ। ਦੋਸਤੋ, ਮੈਂ ਹਾਂ ਸਵਰਨ ਸਿੰਘ ਟਹਿਣਾ। ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਜੱਜ ਦਾ ਵਿਚਾਰ ਲੈ ਕੇ ਹਾਜ਼ਰ ਹਾਂ। ਹਰ ਰੋਜ਼ ਦੀ ਤਰ੍ਹਾਂ ਹੀ ਹਰਬੰਸ ਸਿੰਘ ਜੀ ਨਾਲ ਨੇ ਤੇ ਠੀਕ ਠਾਕ ਹੋ? ਸਤਿ ਸ਼੍ਰੀ ਅਕਾਲ ਟਹਿਣਾ ਸਾਹਿਬ, ਕੀ ਹਾਲ ਚਾਲ ਨੇ? ਬਹੁਤ ਵਧੀਆ, ਚੜ੍ਹਦੀ ਕਲਾ। ਜ਼ਿੰਦਗੀ ਕਿਵੇਂ ਚੱਲ ਰਹੀ ਹੈ? ਜ਼ਿੰਦਗੀ ਜ਼ਿੰਦਾਬਾਦ ਆ, ਹਰ ਰੋਜ਼ ਦੀ ਤਰ੍ਹਾਂ ਹੀ। ਡੱਬੀਆਂ ਵਾਲਾ ਝੱਗਾ ਫੱਬ ਰਿਹਾ ਨਹੀਂ ਪਾਇਆ, ਹਰ ਰੋਜ਼ ਦੀ ਤਰ੍ਹਾਂ ਹੀ। ਹਾਂ, ਤਾਂ ਹੀ ਤਾਂ ਤਾਰੀਫ ਅੱਜ ਕੀਤੀ ਹੈ, ਹਰ ਰੋਜ਼ ਦੀ ਤਰ੍ਹਾਂ ਨਹੀਂ। ਹਾਂ, ਵਾਹ। ਆਹ ਨਹੀਂ ਵੀ ਅੜਦੀ ਸੀ ਲਾਈਨ, ਮੈਂ ਅੜਾਤੀ ਹੈ। ਮੈਂ ਉਸੇ ਹਰ ਕਰਕੇ ਰੋਜ਼ ਦੀ ਤਰ੍ਹਾਂ ਹੀ। ਮੈਂ ਇਸੇ ਕਰਕੇ ਆਖਿਆ ਜੀ। ਹੋਰ ਸੁਣਾਓ ਟਹਿਣਾ ਸਾਹਿਬ? ਮੈਂ ਤਾਂ ਠੀਕ ਆ। ਮੌਸਮ ਕਿਵੇਂ ਹੈ? ਮੌਸਮ ਬਾਹਰ ਕਮਾਲ ਦਾ। ਬਾਹਰ ਬਦਲੀ ਆਈ ਪਈ ਆ। ਕੱਲ ਵੈਸੇ ਗਰਮੀ ਹੋ ਗਈ ਬਹੁਤ ਜਲੰਧਰ ਤੇ ਜ਼ਿਆਦਾ। ਆਲੇ ਦੁਆਲੇ ਦੇ ਖੇਤਰਾਂ ਦੇ ਵਿੱਚ ਭੂਰ ਜੀ ਪੈ ਗਈ। ਚਾਦਰ ਭਿਉਂਜਾ ਮੀਂਹ ਸੀਗਾ। ਉਸ ਤੋਂ ਬਾਅਦ ਹੁਮਸ, ਤਾਜ਼ਾ ਮਾਰੇ, ਬੁਰਾ ਹਾਲ ਬੌਂਕੇ ਦਿਹਾੜੇ। ਮੌਸਮ ਵਿਭਾਗ ਕਹਿੰਦਾ ਆਉਂਦੇ 48 ਘੰਟਿਆਂ ਦੇ ਵਿੱਚ ਪੰਜਾਬ ਦੇ ਵਿੱਚ ਪੂਰਾ ਮੀਂਹ ਪੈਣਾ। ਪੂਰਾ ਰਜਮਾ ਤੇ ਗੱਜਮਾ ਲਗਾਤਾਰਤਾ ਵਾਲਾ ਕਹਿੰਦੇ ਆ। ਹੁਣ ਮੈਨੂੰ ਪਰ ਚਲੋ ਅਸੀਂ ਇਹ ਆਸ ਕਰਦੇ ਹਾਂ, ਇਹ ਅਰਦਾਸ ਵੀ ਕਰਦੇ ਹਾਂ ਕਿ ਇਸ ਮੀਂਹ ਦੇ ਨਾਲ ਕਿਸੇ ਦਾ ਕੋਈ ਜਾਨੀ ਮਾਲੀ ਨੁਕਸਾਨ ਨਾ ਹੋਵੇ। ਇਹ ਕਿਸੇ ਦੇ ਲਈ ਵੀ ਮੁਸੀਬਤ ਬਣ ਕੇ ਨਾ ਆਵੇ, ਖੁਸ਼ੀਆਂ ਲੈ ਕੇ ਆਵੇ। ਬਿਲਕੁਲ ਸਹੀ ਜੀ। ਤੇ ਚੱਜ ਦੇ ਵਿਚਾਰ ਦੀ ਸਾਂਝ ਪਾਈਏ। ਬਿਲਕੁਲ ਜੀ। ਚੱਜ ਦਾ ਵਿਚਾਰ ਇਹ ਹੈ ਕਿ ਮੈਂ ਨਾ ਆਪਦੇ ਪਿੱਛੇ ਬੰਦੇ ਲਾ ਰੱਖੇ ਆ ਗੱਲਾਂ ਕਰਨ ਦੇ ਲਈ। ਅੱਛਾ ਜੀ। ਆਪਦੇ ਪਿੱਛੇ ਮੈਂ ਬੰਦੇ ਲਾ ਲਏ ਆ ਗੱਲਾਂ ਕਰਨ ਦੇ ਲਈ। ਰੁਪਈਆ ਮੇਰੇ ਕੋਲੋਂ ਇੱਕ ਨਹੀਂ ਲੈਂਦੇ, ਦਵਾਨੀ ਨਹੀਂ ਮੇਰੇ ਕੋਲੋਂ ਮੰਗਦੇ, ਪਰ ਕੰਮ ਇੰਨੀ ਇਮਾਨਦਾਰੀ ਤੇ ਸ਼ਿੱਦਤ ਨਾਲ ਕਰਦੇ ਆ ਵੀ ਬਲਹਾਰੇ ਜਾਵਾਂ ਉਹਨਾਂ ਤੋਂ। ਹਾਏ ਹਾਏ, ਕਮਾਲ ਕਰ ਦਿੱਤੀ ਹੈ। ਮਿਹਰਬਾਨੀ। ਇਹੋ ਜਿਹੇ ਬੰਦੇ ਸਾਰਿਆਂ ਪਿੱਛੇ ਲੱਗੇ ਹੁੰਦੇ ਨੇ। ਬਿਲਕੁਲ ਜੀ। ਹੈ ਨਾ, ਰੁਪਈਆ ਇੱਕ ਨਹੀਂ ਲੈਂਦੇ, ਕੰਮ ਪੂਰੀ ਸ਼ਿੱਦਤ ਦੇ ਨਾਲ ਕਰਦੇ ਨੇ। ਸੋ ਖੈਰ, ਇਹੋ ਜਿਹੇ ਬੰਦੇ ਜਿਹੜੇ ਆ ਉਹ ਇਸੇ ਲਈ ਗੱਲਾਂ ਕਰਦੇ ਆ। ਕਹਿੰਦੇ ਹੁੰਦੇ ਆ ਕਿ ਜੇ ਕੋਈ ਤੁਹਾਡੇ ਪਿੱਠ ਪਿੱਛੇ ਗੱਲਾਂ ਕਰਦਾ ਨਾ ਤੇ ਉਹਦਾ ਬੁਰਾ ਨਾ ਮਨਾਓ, ਕਿਉਂਕਿ ਉਹ ਉਸ ਥਾਂ ਤੇ ਜਿੱਥੇ ਉਹਨੂੰ ਹੋਣਾ ਚਾਹੀਦਾ ਹੈ, ਤੁਹਾਡੀ ਪਿੱਠ ਪਿੱਛੇ। ਬਿਲਕੁਲ ਸਹੀ। ਉਹ ਤੁਹਾਡੇ ਤੋਂ ਮਗਰ ਆ, ਤੁਹਾਡੇ ਬਰਾਬਰ ਆ, ਤੁਹਾਡੇ ਤੋਂ ਅੱਗੇ ਨਹੀਂ ਕਦੇ ਵੀ ਲੰਘ ਸਕਦਾ। ਸੋ ਖੈਰ, ਹਮੇਸ਼ਾ ਪਿੱਠ ਪਿੱਛੇ ਗੱਲ ਕਰਨ ਤੋਂ ਚੰਗਾ ਹੁੰਦਾ ਹੈ ਕਿ ਤੁਸੀਂ ਆਪਣੀ ਮਿਹਨਤ ਵੱਲ ਖਿਆਲ ਕਰੋ, ਤੁਸੀਂ ਆਪਣੇ ਵੱਲ ਖਿਆਲ ਕਰੋ, ਤੁਸੀਂ ਅੱਗੇ ਨਿਕਲਣ ਦੀ ਕੋਸ਼ਿਸ਼ ਕਰੋ, ਤੁਸੀਂ ਕਿਸੇ ਦੀ ਖਿੱਚੀ ਹੋਈ ਲੀਕ ਤੋਂ ਵੱਡੀ ਲੀਕ ਖਿੱਚਣ ਦੀ ਕੋਸ਼ਿਸ਼ ਕਰੋ। ਬਹੁਤ ਖੂਬ, ਸ਼ੁਕਰੀਆ। ਤੇ ਹੁਣ ਮੇਰੇ ਵਾਲਾ ਚਾਹੀਦਾ ਵਿਚਾਰ। ਕਹਿੰਦੇ ਕਿਸੇ ਡਾਕਟਰ ਦੀ ਦੁਕਾਨ ਦੇ ਉੱਪਰ ਨਾ, ਕਿਸੇ ਡਾਕਟਰ ਦੀ ਦੁਕਾਨ ਦੇ ਉੱਤੇ ਲਿਖਿਆ ਸੀ। ਹਾਂਜੀ, ਬਾਕੀ ਵੀ ਦੱਸ ਦਿਓ। ਦੁਕਾਨ ਤੇ ਲਿਖਿਆ ਹੀ ਹੋਊਗਾ, ਪੱਕਾ ਪਤਾ ਮੈਨੂੰ। ਕਿਸੇ ਡਾਕਟਰ ਦੀ ਦੁਕਾਨ ਤੇ ਬਹੁਤ ਸੋਹਣੀਆਂ ਸਤਰਾਂ ਲਿਖੀਆਂ ਹੋਈਆਂ ਸੀ। ਦਵਾਈ ਦੇਣ 'ਚ ਕੋਈ ਖੁਸ਼ੀ ਨਹੀਂ, ਦਵਾਈ ਦੇਣ ਦੇ ਵਿੱਚ ਕੋਈ ਵੀ ਖੁਸ਼ੀ ਨਹੀਂ, ਤੇ ਖੁਸ਼ੀ ਵਰਗੀ ਕੋਈ ਦਵਾਈ ਨਹੀਂ, ਤੇ ਖੁਸ਼ੀ ਵਰਗੀ ਦਵਾਈ ਹੈ ਹੀ ਕੋਈ ਨਹੀਂ। ਆਪਣੇ ਆਪ ਨੂੰ ਖੁਸ਼ ਰੱਖਣ ਦੇ ਤਰੀਕੇ ਲੱਭੋ। ਆਪਣੇ ਆਪ ਨੂੰ ਨਾ ਖੁਸ਼ ਰੱਖਣ ਦੇ ਹੁਣ ਤਰੀਕੇ ਲੱਭ ਲਓ, ਕਿਉਂਕਿ ਤਕਲੀਫਾਂ ਤਾਂ ਤੁਹਾਨੂੰ ਲੱਭ ਹੀ ਰਹੀਆਂ ਨੇ। ਤਕਲੀਫਾਂ ਤਾਂ ਲੱਭੀ ਜਾਂਦੀਆਂ, ਇਹਨਾਂ ਨੇ ਲੱਭੀ ਜਾਣਾ। ਹੁਣ ਖੁਸ਼ ਰਹਿਣ ਦੇ ਤਰੀਕੇ ਲੱਭੋ, ਈਜਾਦ ਕਰੋ, ਨਵੀਆਂ ਖੋਜਾਂ ਕਰੋ ਜੀ, ਨਵੀਆਂ ਯੋਜਨਾਵਾਂ ਘੜੋ, ਨਵੀਆਂ ਤੁਹਾਡੇ ਕੋਲੇ ਬਣਤਰਾਂ ਹੋਣੀਆਂ ਚਾਹੀਦੀਆਂ। ਗੱਲ ਫੇਰ ਬਣਦੀ ਆ। ਵੈਸੇ ਡਾਕਟਰ ਦੀ ਦੁਕਾਨ ਦੇ ਉੱਤੇ ਬਹੁਤ ਖੂਬਸੂਰਤ ਲਿਖਿਆ ਸੀ ਜੀ, ਮੰਨ ਗਏ। ਵੈਸੇ ਵੀ ਹਮੇਸ਼ਾ ਖੁਸ਼ ਰਹਿਣਾ ਚਾਹੀਦਾ ਟਹਿਣਾ ਸਾਹਿਬ। ਮੈਂ ਕਿਤੇ ਪੜਿਆ ਸੀ ਕਿ ਹਰ ਪਲ ਹੱਸ ਕੇ ਗੁਜ਼ਾਰੋ। ਹਰ ਪਲ ਤੁਸੀਂ ਹੱਸ ਕੇ ਗੁਜ਼ਾਰੋ, ਹਰ ਪਲ ਖੁਸ਼ ਹੋ ਕੇ ਗੁਜ਼ਾਰੋ। ਮੈਂ ਨਾ ਬਾਗੀਆਂ ਪਾ ਕੇ ਕੱਢੋ ਹਰ ਪਲ, ਕਿਉਂਕਿ ਕੋਈ ਪਤਾ ਨਹੀਂ ਕਿ ਕਿਹੜਾ ਪਲ ਅਖੀਰਲਾ। ਪਤਾ ਹੀ ਕੋਈ ਨਹੀਂ ਕਿਹੜਾ ਪਲ ਅਖੀਰਲਾ, ਇਸ ਲਈ ਖੁਸ਼ ਰਹੋ। ਇਸ ਕਰਕੇ ਖੁਸ਼ ਰਹੋ। ਬਹੁਤ ਸੋਹਣੀ ਗੱਲ ਹੈ। ਆਪਾਂ ਨੂੰ ਕੀ ਹੋਇਆ ਅੱਜ? ਕਿਉਂ ਆਪਾਂ ਮਗਰ ਹੀ ਤੁਰੇ ਜਾਂਦੇ ਆ? ਦੇਖੋ, ਹੱਦ ਹੋ ਗਈ। ਜੇ ਤਾਂ ਮੈਂ ਰੀਸ ਕਰਾਂ ਤਾਂ ਵੀ ਮਾੜਾ। ਆਪਾਂ ਰੀਸ ਕਿਉਂ ਕਰੀਏ? ਕਿਸੇ ਦੀ ਰੀਸ ਨਹੀਂ ਕਰਨੀ ਚਾਹੀਦੀ। ਕਹਿੰਦੇ ਨਹੀਂ ਹੁੰਦੇ ਮੇਰੀ ਰੀਸ ਦੰਦ ਘੜੀਸ। ਨਾਲੇ ਕਹਿੰਦੇ ਹੁੰਦੇ ਸੜਨਾ ਰੀਸ ਕਰ। ਮੈਂ ਹੋਰ ਪੜਿਆ, ਮੈਂ ਵੀ ਦੁਚਿੱਤੀ ਜਿਹੀ ਚਾ ਕਰੇ ਕੀ ਬੰਦਾ। ਹਾਂ, ਕੁਝ ਸੋਚਣਾ ਚਾਹੀਦਾ। ਹੁਣ ਜਿਹੜੀ ਦੁਕਾਨ ਤੇ ਤੁਸੀਂ ਪੜਿਆ ਡਾਕਟਰ ਵਾਲੀ ਤੇ ਜੀ, ਉੱਥੇ ਤਾਂ ਇਹ ਲਿਖਿਆ ਸੀ ਵੀ ਭਾਈ ਖੁਸ਼ੀ ਵਰਗੀ ਦਵਾਈ ਕੋਈ ਨਹੀਂ, ਦਵਾਈ ਦੇਣ 'ਚ ਖੁਸ਼ੀ ਕੋਈ ਨਹੀਂ। ਜਿਹੜੀ ਦੁਕਾਨ ਤੇ ਮੈਂ ਜਾਣਾ ਉੱਥੇ ਲਿਖਿਆ ਹੋਇਆ ਪਰਚੀ 150 ਰੁਪਿਆ। ਉਧਰਲੇ ਪਾਸੇ ਜਮਾ ਕਰਾ ਦਿਓ। ਨਹੀਂ, ਅੱਧੀਆਂ ਦਵਾਈਆਂ ਲਿਖ ਕੇ ਦੇ ਦਿੰਦੇ ਵੀ ਬਾਹਰੋਂ। ਜੀ, ਕਈਆਂ ਤੇ ਤਾਂ ਜਿੱਥੇ ਲਿਖਿਆ ਹੁੰਦਾ ਪਰਚੀ 150 ਦੇ ਕਾਟਾ ਮਾਰਿਆ ਹੁੰਦਾ, ਨਾਲ 200 ਵੀ ਲਿਖਿਆ ਹੁੰਦਾ। ਤੇ ਉੱਥੇ ਇੱਕ ਹੋਰ ਲਿਖਿਆ ਹੋਇਆ 1 ਤੋਂ 3 ਵਜੇ ਤੱਕ ਨਹੀਂ, ਛੁੱਟੀ ਹੈ। ਛੁੱਟੀ ਆ, ਮੈਂ ਘਰੇ ਜਾ ਕੇ ਰੋਟੀ ਵੀ ਖਾਣੀ ਹੁੰਦੀ ਆ ਜੀ। ਡਾਕਟਰ ਨੇ ਵੀ ਜਾ ਕੇ ਪੈਸੇ ਗਿਣਨੇ ਹੁੰਦੇ ਆ। ਹਾਂ, ਪਰ ਇੰਨੀਆਂ ਲੰਮੀਆਂ ਸਤਰਾਂ ਨਹੀਂ ਲਿਖੀਆਂ ਹੁੰਦੀਆਂ, ਮੈਂ ਰੋਟੀ ਵੀ ਖਾਣੀ ਹੁੰਦੀ ਆ। ਉਹ ਮੇਰੇ ਮਨ ਦੇ ਬਲਬਲੇ, ਹੋਰ ਘਰੇ ਜਾ ਕੇ ਉਹਨਾਂ ਨੇ ਕਰਨਾ ਕੀ ਹੈ? ਲੰਚ ਬ੍ਰੇਕ ਲਿਖਿਆ ਹੁੰਦਾ ਜੀ। ਵੈਸੇ ਕਹਿੰਦੇ ਵੀ ਇੱਕ ਵਾਰੀ ਇੱਕ ਨਾ ਬੰਦਾ ਉਹ ਚਲਾ ਗਿਆ ਕੈਮਿਸਟ ਸ਼ਾਪ ਤੇ, ਦਵਾਈਆਂ ਵਾਲੀ ਦੁਕਾਨ ਤੇ। ਅੱਛਾ ਜੀ। ਉਹ ਜਾ ਕੇ ਉਹਨੇ ਚੈੱਕ ਕਰਾਇਆ, ਕਹਿੰਦਾ ਵੀ ਆ ਮੈਨੂੰ ਦਵਾਈਆਂ ਦੇ ਦਿਓ। ਉਹ ਕਹਿੰਦੇ ਵੀ ਸਾਡੇ ਕੋਲੇ ਇਸ ਤਰ੍ਹਾਂ ਦੀਆਂ ਦਵਾਈਆਂ ਨਹੀਂ ਆ। ਉਹ ਵਾਪਸ ਆ ਗਿਆ ਡਾਕਟਰ ਕੋਲੇ। ਉਹ ਕਹਿੰਦਾ ਡਾਕਟਰ ਸਾਹਿਬ ਮੈਂ ਘੱਟੋ ਘੱਟ 25-30 ਦੁਕਾਨਾਂ ਤੇ ਗਿਆ, ਆ ਤੁਸੀਂ ਲਿਖੀ ਕਿਹੜੀ ਦਵਾਈ ਆ? ਕਹਿੰਦਾ ਮੂਰਖਾ, ਮੈਂ ਦਵਾਈ ਥੋੜੀ ਲਿਖੀ, ਮੈਂ ਤਾਂ ਪੈਨ ਚੈੱਕ ਕੀਤਾ ਸੀ। ਬਹੁਤੇ ਡਾਕਟਰਾਂ ਦੀ ਲਿਖਾਈ ਵੀ ਇੰਝ ਹੀ ਹੁੰਦੀ ਆ।
ਹਰਮਨ ਜੀ ਮੈਨੂੰ ਨਾ ਇੱਕ ਗੱਲ ਚੇਤੇ ਆ ਗਈ ਜੀ। ਵੈਸੇ ਤਾਂ ਇਹ ਸਾਡੇ ਆਲੇ ਦੁਆਲੇ ਦੇ ਵਿੱਚ ਹਰ ਪਾਸੇ ਹੀ ਆ, ਪੂਰੇ ਭਾਰਤ ਦੇ ਵਿੱਚ ਹੀ ਆ। ਅਸੀਂ ਮੁਫਤ ਦੀਆਂ ਚੀਜ਼ਾਂ ਸਰਕਾਰਾਂ ਦੇ ਕੋਲੋਂ ਲੈਣ ਦੇ ਵਿੱਚ ਬੇਹੱਦ ਯਕੀਨ ਰੱਖਦੇ ਹਾਂ। ਬਿਲਕੁਲ। ਮੁਫਤ ਦੇ ਵਿੱਚ ਦਾਲ ਮਿਲ ਜੇ, ਮੁਫਤ 'ਚ ਆਟਾ ਮਿਲ ਜੇ, ਮੁਫਤ 'ਚ ਬਿਜਲੀ ਦੀਆਂ ਯੂਨਿਟਾਂ ਮਿਲਣ, ਮੁਫਤ 'ਚ ਸਾਈਕਲ ਮਿਲ ਜੇ, ਮੁਫਤ 'ਚ ਲੈਪਟਾਪ ਮਿਲ ਜੇ, ਮੁਫਤ 'ਚ ਮੋਬਾਈਲ ਮਿਲ ਜੇ, ਮੁਫਤ 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 ਐਦਾਂ ਕਰਦੇ ਕਰਦੇ ਅਸੀਂ ਆਪਦਾ ਨਾ ਮੁਫਤੀਆ ਰਖਵਾ ਲਿਆ। ਬਿਲਕੁਲ ਸਹੀ। ਅਸੀਂ ਮੰਗਤਿਆਂ ਵਰਗੇ ਬਣ ਗਏ ਆ। ਕਹਿੰਦੇ ਵੀ ਇੱਕ ਵਾਰੀ ਨਾ ਇੱਕ ਨੇਤਾ ਨੇ ਭੇਡਾਂ ਦੇ ਨਾਲ ਵਾਅਦਾ ਕੀਤਾ, ਕਹਿੰਦੇ ਵੀ ਐਤਕੀ ਤੁਸੀਂ ਮੈਨੂੰ ਜਿਤਾ ਦਿਓ, ਮੈਂ ਨਾ ਤੁਹਾਨੂੰ ਜਿੱਤਣ ਤੋਂ ਬਾਅਦ ਇੱਕ ਕੰਬਲ ਆ ਜਿਹੜਾ ਉਹ ਦੇਵਾਂਗਾ ਮੁਫਤ ਦੇ ਵਿੱਚ, ਬਸ ਤੁਸੀਂ ਨਿੱਘ ਮਾਣਿਓ, ਤੁਹਾਨੂੰ ਕੋਈ ਠੰਡ ਨਹੀਂ ਲੱਗੂਗੀ। ਭੇਡਾਂ ਸਾਰੀਆਂ ਬੜੀਆਂ ਖੁਸ਼ ਵੀ ਆ ਤਾਂ ਕਮਾਲ ਹੋ ਗਈ, ਉਹ ਤਾਂ ਜੀ ਕਮਾਲਾਂ ਹੀ ਕਰੀ ਜਾਣ, ਭੰਗੜੇ ਪਾਉਣ ਲੱਗ ਪਈਆਂ ਵੀ ਹੈ ਐਡਾ ਵੱਡਾ ਐਲਾਨ, ਇੰਨੀ ਵੱਡੀ ਖੁਸ਼ੀ। ਇੰਨੇ ਚਿਰ ਨੂੰ ਇੱਕ ਲੇੜੇ ਨੇ ਆਪਦੀ ਮਾਂ ਨੂੰ ਕਿਹਾ, ਕਹਿੰਦਾ ਮੰਮੀ ਜ਼ਰਾ ਇਹ ਸੋਚ ਕੇ ਦੇਖੋ ਵੀ ਆਪਣੇ ਵਾਸਤੇ ਜਿਹੜੇ ਕੰਬਲ ਆਉਣੇ ਆ ਉਹਦੀ ਉੱਨ ਕਿੱਥੋਂ ਆਊਗੀ। ਵਾਹ ਵਾਹ। ਤੇ ਇੱਕਦਮ ਸਾਰੀਆਂ ਭੇਡਾਂ ਦੇ ਵਿੱਚ ਸन्नाटा ਛਾ ਗਿਆ ਵੀ ਸਾਡੀ ਉੱਨ ਲੈ ਕੇ ਤੇ ਸਾਨੂੰ ਹੀ ਕੰਬਲ ਦੇ ਦੇਣੇ ਆ। ਤੇ ਇਸ ਗੱਲ ਨੂੰ ਅਸੀਂ ਲੋਕ ਕਿਉਂ ਨਹੀਂ ਸਮਝਦੇ ਜੇਕਰ ਭੇਡਾਂ ਸਮਝ ਗਈਆਂ? ਕਿਉਂਕਿ ਜਿਹੜੀਆਂ ਇਸ ਮੁਫਤ ਦੀਆਂ ਸਕੀਮਾਂ ਇਹ ਸਾਡੀਆਂ ਜੇਬਾਂ ਦੇ ਵਿੱਚੋਂ ਜਾਣੀਆਂ। ਕਦੇ ਸੋਚਿਆ ਵੀ ਭਾਈ ਕੇਂਦਰ ਦੀ ਸਰਕਾਰ ਨੇ ਆਪਦੀ ਜੇਬ ਚੋਂ ਕੋਈ ਯੋਜਨਾ ਦਿੱਤੀ ਆ? ਨਹੀਂ। ਕਦੇ ਕਿਸੇ ਮੰਤਰੀ ਨੇ ਆਪਦੀ ਜੇਬ ਦੇ ਵਿੱਚੋਂ ਪੈਸੇ ਖਰਚ ਕੇ ਤੁਹਾਡਾ ਕੋਈ ਫਾਇਦਾ ਕੀਤਾ? ਸਾਡੀਆਂ ਜੁੱਤੀਆਂ ਸਾਡੇ ਸਿਰ ਦੇ ਵਿੱਚ ਵੱਜਦੀਆਂ ਤੇ ਉਹ ਕਹਿੰਦੇ ਜੀ ਤੁਹਾਨੂੰ ਅਸੀਂ ਮੁਫਤ 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 ਦੇ ਵਿੱਚ ਆ ਚੀਜ਼ਾਂ ਦਿੱਤੀਆਂ। ਬਿਲਕੁਲ ਸਹੀ ਗੱਲ ਹੈ। ਤੁਸੀਂ ਵੇਖੋ ਵੀ ਸਾਨੂੰ ਹੀ ਮੁੰਦੇ ਨੇ ਤੇ ਸਾਡੇ ਉੱਤੇ ਟੌਰ ਆ ਕਿ ਦੇਖੋ ਜੀ ਇਸ ਤਰ੍ਹਾਂ ਤੁਹਾਨੂੰ ਆ ਸਕੀਮਾਂ ਦੇ ਰਹੇ ਆ ਤੇ ਅਸੀਂ ਮੁੰਨੇ ਜਾਣ ਦੇ ਵਿੱਚ ਮਾਣ ਮਹਿਸੂਸ ਕਰਦੇ ਆ। ਜੀ। ਐਉਂ ਲੱਗਦਾ ਵੀ ਸਾਡੀ ਜੱਤ ਆਉਂਦੀ ਇਸ ਕਰਕੇ ਆ, ਸਾਡੇ ਉੱਨ ਆਉਂਦੀ ਇਸ ਕਰਕੇ ਵੀ ਇਹਨਾਂ ਨੇ ਵੱਢਣੀ ਆ। ਇਹ ਫਸਲਾਂ ਵਾਂਗੂ ਕੱਟਦੇ ਆ। ਹਾਂ, ਤੇ ਨਾਲੇ ਜੇਕਰ ਕੋਈ ਤੁਹਾਨੂੰ ਕੁਝ ਦੇ ਵੀ ਰਿਹਾ ਹੈ ਤਾਂ ਤੁਹਾਡੇ ਉੱਤੇ ਕੋਈ ਅਹਿਸਾਨ ਨਹੀਂ ਆ। ਅਸੀਂ ਅਕਸਰ ਅਹਿਸਾਨ ਥੱਲੇ ਦਬ ਜਾਂਦੇ ਆ ਵੀ ਸਾਡੇ ਲਈ ਤਾਂ ਆ ਕਰਤਾ, ਸਾਡੇ ਲਈ ਤਾਂ ਆ ਕਰਤਾ। ਇਹ ਸਾਡਾ ਹੱਕ ਸੀ, ਇਹ ਉਹਨਾਂ ਦਾ ਫਰਜ਼ ਸੀ ਕਿ ਉਹਨਾਂ ਨੇ ਸਾਡੇ ਲਈ ਕੰਮ ਕਰਨਾ ਹੈ। ਉਹਨਾਂ ਨੇ ਆਪਣੇ ਆਪ ਨੂੰ ਇਸ ਫੀਲਡ ਦੇ ਵਿੱਚ, ਇਸ ਕਿੱਤੇ ਦੇ ਵਿੱਚ ਪਾਇਆ ਹੀ ਤਾਂ ਸੀ। ਉਹ ਕਹਿੰਦੇ ਸੀ ਨਾ ਵੀ ਅਸੀਂ ਸੇਵਾ ਕਰਨਾ ਚਾਹੁੰਦੇ ਆ। ਭਾਰਤ ਦੁਨੀਆ ਦਾ ਇਕਲੌਤਾ ਇਹੋ ਜਿਹਾ ਦੇਸ਼ ਮੇਰਾ ਖਿਆਲ ਆ ਵੀ ਜਿੱਥੇ ਕਿ ਗਰੀਬ ਲੋਕ ਸਰਕਾਰਾਂ ਪਾਲਦੇ ਆ। ਸਰਕਾਰਾਂ ਗਰੀਬ ਲੋਕਾਂ ਨੂੰ ਨਹੀਂ ਪਾਲਦੀਆਂ। ਗਰੀਬ ਲੋਕ ਜਿਹੜੇ ਕਿ ਭੁੱਖੇ ਰਹਿੰਦੇ ਆ, ਗਰੀਬ ਲੋਕ ਜਿਹੜੇ ਕਿ ਤਿਲ ਫੁੱਲ ਕਮਾਉਂਦੇ ਆ, ਉਹ ਆਪਦੇ ਟੈਕਸ ਦੇ ਰੂਪ ਦੇ ਵਿੱਚ ਹੋਰ ਵੱਖ-ਵੱਖ ਕੰਮਾਂ ਕਾਜਾਂ ਦੇ ਰੂਪ ਦੇ ਵਿੱਚ ਇਹਨਾਂ ਨੂੰ ਮਹਿੰਗੀਆਂ ਗੱਡੀਆਂ ਲੈ ਕੇ ਦਿੰਦੇ ਆ, ਤਨਖਾਹਾਂ ਤੇ ਭੱਤੇ ਲੈ ਕੇ ਦਿੰਦੇ ਆ, ਇਹਨਾਂ ਦੇ ਸੁਰੱਖਿਆ ਕਰਮਚਾਰੀਆਂ ਦਾ ਖਰਚਾ ਚੁੱਕਦੇ ਆ, ਇਹਨਾਂ ਦੇ ਲਈ ਬਹੁਤ ਕੁਝ ਹੋਰ ਕਰਦੇ ਵੀ ਭਾਈ ਰੇਤੇ ਚੋਂ ਵੀ ਖਾ ਲਓ ਪੈਸੇ, ਇਧਰੋਂ ਵੀ ਖਾ ਲਓ, ਇਧਰੋਂ ਵੀ ਖਾ ਲਓ। ਇਹ ਦੇਸ਼ ਇਹੋ ਜਿਹਾ ਬਣ ਗਿਆ ਵੀ ਜਿੱਥੇ ਕਿ ਗਰੀਬ ਲੋਕ ਅਮੀਰਾਂ ਨੂੰ ਰਜਾਉਂਦੇ ਆ। ਬਿਲਕੁਲ ਸਹੀ। ਅਸੀਂ ਬਹੁਤ ਵਾਰ ਇਸ ਭੁਲੇਖੇ ਦਾ ਸ਼ਿਕਾਰ ਹੋ ਜਾਂਦੇ ਆ। ਬਹੁਤੇ ਲੋਕਾਂ ਨੂੰ ਇਹ ਭੁਲੇਖਾ ਹੁੰਦਾ ਹੈ ਅਸੀਂ ਕਿਹੜਾ ਇਨਕਮ ਟੈਕਸ ਦੇ ਰਹੇ ਆ, ਅਸੀਂ ਕਿਹੜਾ ਕੋਈ ਕਰ ਅਦਾ ਕਰਦੇ ਆ। ਪਰ ਉਹਨਾਂ ਨੂੰ ਸ਼ਾਇਦ ਇਹ ਨਹੀਂ ਪਤਾ ਕਿ ਉਹ ਚੀਜ਼ਾਂ ਜਿਹੜੀਆਂ ਇੱਕ ਗਰੀਬ ਤੋਂ ਲੈ ਕੇ ਅਮੀਰ ਬੰਦਾ ਹਰ ਕੋਈ ਵਰਤਦਾ, ਚਾਹੇ ਉਹ ਤੇਲ ਹੋਏ, ਸਾਬਣ ਹੋਏ, ਕੋਈ ਵੀ ਚੀਜ਼ ਹੋਏ, ਉਹਦੇ ਉੱਪਰ ਵੀ ਲੁਕੇ ਛਿਪੇ ਟੈਕਸ ਹੁੰਦੇ ਨੇ। ਇਸ ਗੱਲ ਨੂੰ ਸੋਚ ਸਮਝ ਕੇ ਦੇਖੋ ਭਾਰਤ ਵਾਸੀਓ ਤੇ ਖਾਸ ਕਰਕੇ ਪੰਜਾਬ ਦੇ ਲੋਕੋ, ਵੀ ਜੇਕਰ ਅਸੀਂ 2.5 ਲੱਖ ਰੁਪਏ ਤੋਂ ਹੇਠਲੀ ਦਰ ਦੇ ਵਿੱਚ ਆਉਣੇ ਸਾਡਾ ਟੈਕਸ ਨਹੀਂ ਜਮਾ ਹੁੰਦਾ, ਪਰ ਜਦੋਂ ਆਪਾਂ ਸਵੇਰੇ ਉੱਠ ਕੇ ਬੁਰਸ਼ ਕਰਦੇ ਆ ਉਹਦੇ ਤੇ ਵੀ ਟੈਕਸ ਆ, ਉਹਦੇ ਤੇ ਟੈਕਸ ਆ। ਜਦੋਂ ਅਸੀਂ ਚਾਹ ਪੀਨੇ ਆ ਉੱਥੇ ਖੰਡ ਤੇ ਚਾਹ ਪੱਤੀ ਤੇ ਟੈਕਸ ਆ। ਜੇ ਅਸੀਂ ਸਕੂਟਰ ਮੋਟਰਸਾਈਕਲ ਦੇ ਉੱਤੇ ਦਫ਼ਤਰ ਜਾਂਦੇ ਆ, ਨਗਰ ਖੇੜੇ ਦੇ ਵਿੱਚ ਜਾਂਦੇ ਆ, ਉੱਥੇ ਪੈਟਰੋਲ ਡੀਜ਼ਲ ਦੇ ਉੱਤੇ ਟੈਕਸ ਆ। ਅਸੀਂ ਲੀੜੇ ਪਾਉਨੇ ਆ ਇਹਦੇ ਉੱਤੇ ਟੈਕਸ ਆ, ਬੂਟ ਪਾਉਨੇ ਆ ਇਹਦੇ ਉੱਤੇ ਟੈਕਸ ਆ, ਕੁਝ ਹੋਰ ਖਾਣੇ ਪੀਣੇ ਉਹਦੇ ਉੱਤੇ ਟੈਕਸ ਆ। ਕਿੱਥੇ ਨਹੀਂ ਟੈਕਸ? ਰਾਤ ਨੂੰ ਸੌਣ ਤੱਕ ਅਸੀਂ ਟੈਕਸ ਹੀ ਜਮਾ ਕਰਵਾਈ ਜਾਂਦੇ ਆ ਤੇ ਫਿਰ ਸਾਡੇ ਪਿੰਡ ਪੱਲੇ ਕੀ ਪੈਂਦਾ? ਬਿਲਕੁਲ ਸਹੀ ਹੈ। ਸੋ ਇਸ ਲਈ ਥੋੜੇ ਜੇ ਜਾਗਰੂਕ ਹੋਵੋ, ਥੋੜੇ ਜੇ ਸੁਜੱਗ ਹੋਵੋ ਕਿ ਅਸੀਂ ਸਵਾਲ ਕਰੀਏ, ਅਸੀਂ ਉਹਨਾਂ ਦੇ ਅਹਿਸਾਨ ਥੱਲੇ ਨਾ ਦੱਬੀਏ ਕਿ ਉਹਨਾਂ ਨੇ ਸਾਡੇ ਲਈ ਦੇਖੋ ਜੀ ਆਹ ਕੁਝ ਕਰ ਦਿੱਤਾ। ਉਹਨਾਂ ਦਾ ਫਰਜ਼ ਸੀ, ਉਹਨਾਂ ਨੂੰ ਇਸੇ ਲਈ ਸਰਕਾਰਾਂ 'ਚ ਬਿਠਾਇਆ ਗਿਆ ਕਿ ਉਹਨਾਂ ਨੇ ਸਾਡੇ ਲਈ ਕੰਮ ਕਰਨੇ ਨੇ। ਸਾਡਾ ਤਾਂ ਇੱਕ ਜਾਣਕਾਰ ਆ, ਉਹ ਕਹਿੰਦਾ ਜੀ ਕਿ ਮੈਂ ਗਿਆ ਸੀ ਬਿਜਲੀ ਦਾ ਬਿੱਲ ਜਮਾ ਕਰਵਾਉਣ ਦੇ ਲਈ, ਕਹਿੰਦਾ ਮੈਂ ਉਹਨਾਂ ਨੂੰ ਬਿੱਲ ਫੜਾਇਆ ਤੇ ਨਾਲ ਪੈਸੇ ਫੜਾਤੇ। ਕਹਿੰਦਾ ਉਹਨੇ ਅੱਗੋਂ ਮੈਨੂੰ 5000 ਰੁਪਇਆ ਵਾਪਸ ਕਰਤਾ। ਮੈਂ 2000 ਦਿੱਤਾ ਸੀ, ਉਹਨੇ 5000 ਹੋਰ ਪਾ ਕੇ ਮੈਨੂੰ ਦਿੱਤਾ, 7 ਮੈਨੂੰ ਮੋੜਤਾ। ਕਿਉਂ? ਕਹਿੰਦਾ ਦੇਖੋ ਜੀ ਕਿ ਜਿਹੜੀਆਂ ਤੁਹਾਡੀਆਂ ਯੂਨਿਟਾਂ ਨਾ ਉਹਦਾ ਮੈਂ ਸਾਰਾ ਹਿਸਾਬ ਕਿਤਾਬ ਲਾ ਕੇ ਦੇਖਿਆ ਕੈਲਕੂਲੇਟਰ ਦੇ ਉੱਤੇ, 200 ਯੂਨਿਟ ਕੈਪਟਨ ਸਾਹਿਬ ਵਾਲੀ ਮੈਂ ਵਿੱਚੋਂ ਕੱਟ ਲਈ, 300 ਯੂਨਿਟ ਕਹਿੰਦਾ ਕੇਜਰੀਵਾਲ ਵਾਲੀ ਕੱਟ ਲਈ, 400 ਯੂਨਿਟ ਅਕਾਲੀ ਦਲ ਵਾਲੀ ਕੱਟ ਲਈ। ਉਸ ਤੋਂ ਬਾਅਦ ਜਿਹੜਾ ਥੋੜਾ ਜਿਹਾ ਬਣਦਾ ਸੀਗਾ ਉਹ ਮੈਂ 3 ਰੁਪਏ ਯੂਨਿਟ ਦੇ ਹਿਸਾਬ ਦੇ ਨਾਲ ਲਾਇਆ, ਜੋ ਨਵਜੋਤ ਸਿੰਘ ਸਿੱਧੂ ਨੇ ਕਿਹਾ ਤੁਹਾਡੇ ਪੈਸੇ ਮੇਰੇ ਵੱਲ ਵੱਧਦੇ ਸੀ, ਆ ਲਓ ਆਪਦੇ। ਕੀ ਬਾਤ ਹੈ। ਜੇ ਕਿਤੇ ਸੱਚੀ ਹੋ ਜੇ ਦਿਨ ਆ ਜਾਣ ਨਾ, ਕਮਾਲ ਹੀ ਹੋ ਜਾਣ। ਲੋਕ ਬਹੁਤ ਕਮਾਲ ਦੀਆਂ ਗੱਲਾਂ ਕਰਦੇ ਆ। ਖੋਖਰ ਪਿੰਡ ਤੋਂ ਰਣਜੀਤ ਸਿੰਘ ਬਰਾੜ ਹੋ ਰਹੀਆਂ, ਉਹਨਾਂ ਨੇ ਮੈਨੂੰ ਕੱਲ ਇੱਕ ਚੁਟਕਲਾ ਸੁਣਾਇਆ ਫੋਨ ਦੇ ਉੱਤੇ। ਕਹਿੰਦੇ ਵੀ ਇੱਕ ਔਰਤ ਦੂਜੀ ਔਰਤ ਨੂੰ ਕਹਿੰਦੀ ਮੇਰੇ ਘਰ ਵਾਲਾ ਘਰੇ ਹੀ ਨਹੀਂ ਵੜਦਾ, ਅੱਛਾ, ਰਾਤ ਨੂੰ 12 ਵਜੇ ਤੱਕ ਨਹੀਂ ਵੜਦਾ, ਬੜੀ ਮੈਂ ਦੁਖੀ ਆ, 100 ਵਾਰੀ ਸਮਝਾ ਕੇ ਦੇਖ ਲਿਆ। ਮੇਰੇ ਪੇਕਿਆਂ ਨੇ ਵੀ ਇਹਨੂੰ ਸਮਝਾਇਆ ਵੀ ਭਾਈ ਅੱਜ ਕੱਲ ਬਾਹਰ ਇੰਨਾ ਸਮਾਂ ਰਹਿਣ ਦਾ ਵੇਲਾ ਨਹੀਂ, ਦਾਰੂ ਪੀ ਕੇ ਤੂੰ ਕਦੇ ਕਿੱਧਰ ਨੂੰ ਚਲਾ ਜਾਣਾ, ਕਦੇ ਕਿੱਧਰ ਨੂੰ ਚਲਾ ਜਾਣਾ। ਤੇ ਗਵਾਂਢਣ ਨੇ ਪਤਾ ਅੱਗੋਂ ਕੀ ਕਿਹਾ? ਕਹਿੰਦੀ ਤੂੰ ਇਹਨੂੰ ਕਮਲ ਦੇ ਫੁੱਲ ਵਾਲੀ ਪਾਰਟੀ ਨਾਲ ਜੋੜ ਦੇ। ਕਿਉਂ? ਕਹਿੰਦੀ ਘਰੋਂ ਨਹੀਂ ਨਿਕਲਣਾ।
ਤਾਂ ਵਿਸ਼ਵ ਸ਼ੇਰ ਦਿਵਸ ਹਾਂਜੀ ਬਿਲਕੁਲ ਨਿਕਲ ਕੇ ਗਿਆ। ਹਾਂ ਜੀ, ਤੇ ਪ੍ਰਧਾਨ ਮੰਤਰੀ ਸਾਹਿਬ ਨੇ ਇੱਕ ਵਾਰ ਫਿਰ ਤੋਂ ਸ਼ੇਰ ਪ੍ਰੇਮ ਯਾਦ ਆਇਆ। ਬਿਲਕੁਲ ਆਉਣਾ ਹੀ ਸੀਗਾ। ਪ੍ਰਧਾਨ ਮੰਤਰੀ ਸਾਹਿਬ ਦੀ ਕਿਰਪਾ ਦੇ ਕਰਕੇ, ਉਹਨਾਂ ਦੀ ਮਿਹਨਤ ਦੇ ਕਰਕੇ ਤਾਂ ਹਰ ਚੀਜ਼ ਦੇ ਵਿੱਚ ਅਸੀਂ ਅੱਗੇ ਤੋਂ ਅੱਗੇ ਵਧ ਰਹੇ ਹਾਂ। ਉਹਨਾਂ ਨੇ ਵਾਵਾ ਭਾਸ਼ਣ नहीं ਦਿੱਤਾਗਾ। मेरे प्यारे देशवासियों, शेरवासियों, भाई और बहनों, जब मैं गुजरात का मुख्यमंत्री था जी, तभी से मैंने ये निश्चय किया था कि शेर को बचाऊंगा। वाह वाह। और मैंने शेर को इतना बचाया, आज एशिया में शेरों की गिनती बहुत बढ़ चुकी है। पर वैसे कहते खतरे च ही है। खतरों के खिलाड़ी होते हैं हम भारतवासियों। जो मैंने पेट्रोल के दाम बढ़ाए, शेर दी गल कर रहे सी, वो भी तो ਵਧਾਇਆ ਹੀ ਆ। ਉਹ ਘਟਾਇਆ ਪੈਟਰੋਲ ਹੈ ਜੀ ਜੀ। ਉਹ ਸ਼ੇਰ ਤੋਂ ਖਤਰਨਾਕ ਆ। ਹਰ ਘਰ ਨੂੰ ਖਾ ਰਿਹਾ ਪੈਟਰੋਲ ਤੇ ਡੀਜ਼ਲ ਆ ਜਿਹੜਾ। ਹਰ ਘਰ ਦੇ ਵਿੱਚ ਸਰੋਂ ਦਾ ਤੇਲ ਨਹੀਂ ਪਹੁੰਚ ਰਿਹਾ। ਹਰ ਘਰ ਦੇ ਵਿੱਚ ਹਰ ਚੀਜ਼ ਮਹਿੰਗੀ ਹੋਈ ਪਈ ਆ। ਉਹ ਸ਼ੇਰ ਤੋਂ ਘੱਟ ਆ, ਚੀਤੇ ਤੋਂ ਘੱਟ ਆ। ਉਹ ਤਾਂ ਬਾਬਾ ਇਹ ਨਹੀਂ ਕਹਿ ਦਿੰਦੇ ਵੀ ਦੇਖिए भारतवासियों, मेरे जितना कमाल किसी ने किया क्या? नहीं किया। तनिक जोर से बोलिएगा, किया क्या? नहीं किया। भारत के इतिहास में मैंने डीजल और पेट्रोल का मुकाबला बराबर करवाया। और अगर हमने इस टर्म में 100 रुपए लीटर डीजल ना किया तो 56 इंच के सीने का फायदा क्या है? बिल्कुल सही गल है। और किते तां जात बरादरी तुसी खत्म नहीं कर सके, होर किते तां तुसी जिहड़ा धर्म दे पाड़े पए होए ने उन्हां नूं खत्म नहीं कर सके, पर पेट्रोल डीजल दे विच जरूर बराबरी ले आए हो। बिल्कुल जी। ते भारत दे प्रधान मंत्री साहब ने ये गल कही है। ਉਹ ਕਹਿੰਦੇ ਦੇਖੋ ਜੀ, ਮੈਂ ਸ਼ੇਰਾਂ ਦੇ ਉੱਤੇ ਖਾਸ ਨਿਗਾਹ ਰੱਖਦਾ ਸੀਗਾ। ਅੱਛਾ। ਉਹ ਕਹਿੰਦੇ ਵੀ ਦੇਖੋ, ਮੈਂ ਜਦੋਂ ਗੁਜਰਾਤ ਦਾ ਮੁੱਖ ਮੰਤਰੀ ਸੀ ਨਾ, ਉਦੋਂ ਮੇਰੇ ਮਨ ਦੇ ਵਿੱਚ ਬੜਾ ਆਉਂਦਾ ਸੀ ਵੀ ਭਾਰਤ ਦੇ ਵਿੱਚ ਸ਼ੇਰ ਘਟਦੇ ਕਿਉਂ ਜਾ ਰਹੇ ਆ। ਅੱਛਾ ਜੀ। ਮੈਂ ਬਹੁਤ ਮਿਹਨਤ ਕੀਤੀ। ਮੈਂ ਸਾਰੇ ਜਿਹੜੇ ਆ ਵਾਤਾਵਰਨ ਪ੍ਰੇਮੀ, ਪਸ਼ੂ ਪ੍ਰੇਮੀ, ਜੰਗਲ ਪ੍ਰੇਮੀ, ਸ਼ੇਰ ਪ੍ਰੇਮੀ, ਸਾਰਿਆਂ ਨੂੰ ਇਹ ਗੱਲ ਕਹੀ ਕਿ ਆਪਾਂ ਨੂੰ ਇਸ ਵਿਸ਼ੇ ਤੇ ਮਿਹਨਤ ਕਰਨੀ ਚਾਹੀਦੀ ਆ। ਅੱਜ ਭਾਰਤ ਦੇ ਵਿੱਚ ਸ਼ੇਰਾਂ ਦੀ ਗਿਣਤੀ ਵੱਧ ਗਈ ਆ ਤੇ ਮੇਰੇ ਮਨ ਨੂੰ ਬੜੀ ਸੰਤੁਸ਼ਟੀ ਹੁੰਦੀ ਆ। ਉਹ ਕਹਿੰਦੇ ਵੀ ਆਪਾਂ ਸ਼ੇਰ ਨੂੰ ਬਚਾ ਕੇ ਰੱਖਣਾ ਤੇ ਸ਼ੇਰਾਂ ਦੀ ਗਿਣਤੀ ਘਟਣ ਨਹੀਂ ਦੇਣੀ। ਇਹ ਬੜੇ ਸੋਹਣੇ ਵੀ ਆ, ਇਹ ਬੜੇ ਤਾਕਤਵਰ ਵੀ ਆ, ਇਹ ਬੜਾ ਮਾਣ ਵੀ ਆ ਸਾਨੂੰ ਇਹਨਾਂ ਦੇ ਉੱਤੇ। ਸ਼ੇਰ ਸ਼ੇਰ ਹੀ ਆ। ਸ਼ੇਰ ਵਾਕਈ ਸ਼ੇਰ ਹੀ ਆ। ਹਾਂ। पर गल है टाणा साहब कि ਇਹ ਕਹਿੰਦੇ ਵਾਤਾਵਰਣ ਪ੍ਰੇਮੀ ਹੋਰ ਪਤਾ ਨਹੀਂ ਕਿਹੜੇ ਕਿਹੜੇ ਪ੍ਰੇਮੀਆਂ ਨਾਲ ਗੱਲ ਹੋਈ। ਉਹ ਚ ਗ੍ਰੇਟਾ ਥਨਬਰਗ ਵੀ ਸੀ। ਹਾਂਜੀ, ਪਰ ਉਹ ਟੂਲ ਕਿੱਟ ਵਾਲੀ ਬਣ ਗਈ ਨਾ। ਓਹੋ, ਨਹੀਂ ਤਾਂ ਉਹਨੇ ਸਾਰਾ ਮਸਲਾ ਹੱਲ ਕਰ ਦੇਣਾ ਸੀ, ਹੈ ਨਾ। ਤੇ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਸਾਹਿਬ ਹੋਰ ਕਹਿੰਦੇ ਮੈਂ ਪੂਰੀ ਨਿਗਾਹ ਰੱਖੀ, ਹੈ ਨਾ। ਉਦੋਂ ਮਤਲਬ ਜਿਹੜਾ ਮੁੱਖ ਮੰਤਰੀ ਸੀ, ਕਿਉਂਕਿ ਉਸ ਵੇਲੇ ਤਾਂ ਉਹ ਹੈ ਨਾ ਗੁਜਰਾਤ ਦੇ, ਤੇ ਮੁੱਖ ਮੰਤਰੀ ਦਫ਼ਤਰ ਮਤਲਬ ਸ਼ੇਰਾਂ ਵਾਲੇ ਕਿਤੇ ਜ਼ੂ ਜਾਂ ਚਿੜੀਆ ਘਰ ਦੇ ਨੇੜੇ ਸੀ। ਕੀ ਪਤਾ ਵੀ ਕੀ ਕਹਿ ਸਕਦੇ ਆ। ਇਹਨਾਂ ਨੇ ਇਹ ਪ੍ਰੇਮ ਦਿਖਾਇਆ ਉਹਦਾ। ਨਹੀਂ ਚਲੋ ਪ੍ਰੇਮ ਦਿਖਾਇਆ, ਸਾਨੂੰ ਕੋਈ ਇਤਰਾਜ਼ ਨਹੀਂ। ਮੈਨੂੰ ਤਾਂ ਹੋਰ ਲੱਗਦਾ ਕਿਤੇ ਇਹ ਨਹੀਂ ਕਹਿ ਦਿੰਦੇ नीरज चोपड़ा ने बाला किससे फेंकना सीखा, उसके बाद ही गाना आया जो गाना बहुत मकबूल होया। केड़ा? बाला सी है, हे बाला, हे बाला, हे बाला, बाला सी हो। पर गल है टाणा साहब कि इन्ना प्रेम इन्नी निगाह जे शेरां ते रखी, थोड़ी जी लोकां ते भी रख के वेख लो। उन्हां दी गिनती तां वधा लई पर लोग तां मर रहे ने। किसान खुदकुशियां कर रहे ने, लोग कर्जे हेठ दब के अपनी जान दे रहे ने, लोग विचारे महंगाई तो किवें पार उठण उन्हां नूं पता नहीं लग रहा। किते थोड़ी जी प्रेम दृष्टि उन्हां वल भी, क्योंकि वोटां शेरां ने नहीं लोकां ने पाउणीਆਂ। नाले एक बेनती मेरी होर निजी तौर ते आ ਵੀ ਦੇਖੋ, ਇਹਨਾਂ ਨੇ ਐਤਕੀ ਜਦੋਂ ਹਾਕੀ ਦੇ ਵਿੱਚ ਮੁੰਡਿਆਂ ਨੇ ਤੇ ਕੁੜੀਆਂ ਨੇ 올림픽 'ਚ ਕਮਾਲ ਕਰਤੀ, ਨਾਲ ਦੀ ਨਾਲ ਪ੍ਰਧਾਨ ਮੰਤਰੀ ਸਾਹਿਬ ਨੇ ਇਹ ਗੱਲ ਕਹੀ ਕਿ ਹੁਣ ਤੋਂ ਰਾਜੀਵ ਗਾਂਧੀ ਖੇਡ ਰਤਨ ਪੁਰਸਕਾਰ ਦਾ ਨਾਮ ਬਦਲ ਕੇ ਅਸੀਂ ਮੇਜਰ ਧਿਆਨ ਚੰਦ ਖੇਡ ਰਤਨ ਪੁਰਸਕਾਰ ਕਰ ਰਹੇ ਹਾਂ। ਬਹੁਤ ਵਧੀਆ ਗੱਲ ਆ। ਮੇਜਰ ਧਿਆਨ ਚੰਦ ਹਾਕੀ ਦੇ ਜਾਦੂਗਰ, ਬਹੁਤ ਸੋਹਣੀ ਗੱਲ ਆ। ਉਹਨਾਂ ਦੇ ਨਾਂ ਦੇ ਉੱਤੇ ਪਹਿਲਾਂ ਹੀ ਪੁਰਸਕਾਰ ਦਾ ਨਾਮ ਹੋ ਜਾਣਾ ਚਾਹੀਦਾ ਸੀ, ਕਿਉਂਕਿ ਬੀਜੇਪੀ ਦੇ ਕਈ ਨੇਤਾ ਕਹਿੰਦੇ ਆ ਵੀ ਰਾਜੀਵ ਗਾਂਧੀ ਨੇ ਕਿਹੜੀ ਹਾਕੀ ਖੇਡੀ, ਰਾਜੀਵ ਗਾਂਧੀ ਨੇ ਕਿਹੜੀ ਖੇਡ ਦੇ ਵਿੱਚ ਕਮਾਲ ਕੀਤੀ, ਆਪਾਂ ਕਿਹੜੀ ਗੱਲੋਂ ਉਹਨਾਂ ਦੇ ਨਾਂ ਦੇ ਉੱਤੇ ਇਹ ਨਾਂ ਰੱਖਿਆ ਸੀਗਾ। ਇਹ ਮੇਜਰ ਧਿਆਨ ਚੰਦ ਹੀ ਹੋਣਾ ਚਾਹੀਦਾ ਸੀ। ਬਿਲਕੁਲ ਠੀਕ। ਪਰ ਬੇਨਤੀ ਮੇਰੀ ਇਹ ਆ ਵੀ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ ਕਿਹੜੇ ਕ੍ਰਿਕਟ ਦੇ ਵਿੱਚ ਚੌਕੇ ਲਾਏ ਆ? ਕਿਹੜੀ ਇਹ ਵਿਕਟ ਕੀਪਰ ਬਣ ਕੇ ਵਿਕਟ ਫੜ ਲੈਂਦੇ ਸੀਗੇ। ਜਿਹੜਾ ਅਹਿਮਦਾਬਾਦ ਦੇ ਵਿੱਚ ਸਰਦਾਰ ਪਟੇਲ ਸਟੇਡੀਅਮ ਸੀ, ਉਹਦਾ ਨਾਂ ਨਰਿੰਦਰ ਮੋਦੀ ਸਟੇਡੀਅਮ ਕਰ ਦਿੱਤਾ ਗਿਆ। ਇਹ ਦੱਸੋ ਵੀ ਉਹਨਾਂ ਨੇ ਕਦੋਂ ਚੌਕੇ ਤੇ ਛੱਕੇ ਲਾਏ ਸੀ? ਇਹ ਦੱਸੋ ਉਹਨਾਂ ਨੇ ਕਿੰਨੀਆਂ ਵਿਕਟਾਂ ਲਈਆਂ? ਅਰੁਣ ਜੇਟਲੀ ਸਾਹਿਬ ਜਿਹੜੇ ਕਿ ਦੁਨੀਆ ਦੇ ਉੱਤੇ ਨਹੀਂ, ਦਿੱਲੀ ਦਾ ਇੱਕ ਸਟੇਡੀਅਮ ਉਹਨਾਂ ਦੇ ਨਾਂ ਦੇ ਉੱਤੇ ਆ, ਉਹਨਾਂ ਨੇ ਕਿਹੜਾ ਚਿੜੀ ਛਿੱਕਾ ਖੇਡਿਆ? ਇਹ ਦੱਸ ਦਿਓ। ਇਹਦਾ ਜਵਾਬ ਨਹੀਂ, ਤੁਸੀਂ ਸਵਾਲ ਨਹੀਂ ਕਰ ਸਕਦੇ, ਦੇਸ਼ ਧਰੋਹੀ ਕਹਿਲਾਓਗੇ
ਜਦੋਂ ਤਰਕ ਦੀ ਗੱਲ ਹੋਊਗੀ, ਜਦੋਂ ਤੁਸੀਂ ਕੋਈ ਸਵਾਲ ਕਰੋਗੇ, ਜਦੋਂ ਕਿਸੇ ਆਮ ਭਾਸ਼ਾ 'ਚ ਵੀ ਗੱਲ ਕਰੋਗੇ, ਤੁਸੀਂ ਦੇਸ਼ ਧਰੋਹੀ ਕਹਿਲਾਏ ਜਾਓਗੇ। ਇਸ ਲਈ ਤੁਸੀਂ ਨਹੀਂ ਕੁਝ ਕਹਿ ਸਕਦੇ, ਕੁਝ ਜੋ ਚੱਲ ਰਿਹਾ ਬਹੁਤ ਵਧੀਆ। ਨਹੀਂ, ਪਰ ਗੱਲ ਇਹ ਆ ਵੀ ਅਸੀਂ ਖਿਡਾਰੀਆਂ ਦਾ ਸਨਮਾਨ ਕਰਦੇ ਆ ਜੀ। ਸਾਰੇ ਹੀ ਸਟੇਡੀਅਮਾਂ ਦਾ ਨਾਂ ਵੱਖ-ਵੱਖ ਖਿਡਾਰੀਆਂ ਦੇ ਨਾਂ ਤੇ ਰੱਖਿਆ ਜਾਵੇ। ਪਰ ਇਹਦੇ ਨਾਲ ਕੱਲੇ ਸਟੇਡੀਅਮਾਂ ਦੇ ਨਾਂ ਬਦਲਣ ਨਾਲ ਮਸਲੇ ਹੱਲ ਨਹੀਂ ਹੋਣਗੇ, ਪੁਰਸਕਾਰਾਂ ਦੇ ਨਾਂ ਬਦਲਣ ਨਾਲ ਮਸਲੇ ਹੱਲ ਨਹੀਂ ਹੋਣਗੇ। ਮਹਿਕਮੇ ਵੀ ਬਦਲੋ ਨਾ। ਜਿਹੜੇ ਮਹਿਕਮੇ ਜਿਹੜੇ ਬੰਦੇ ਨੂੰ ਦਿੱਤੇ ਗਏ ਨੇ, ਜਿਹਨਾਂ ਨੂੰ ਜਿਹੜਾ ਮੰਤਰਾਲਾ ਦਿੱਤਾ ਗਿਆ, ਉਸ ਬੰਦੇ ਦੀ ਉਸ ਮੰਤਰਾਲੇ ਦੇ ਉੱਪਰ ਕਿੰਨੀ ਪਕੜ ਆ, ਕਿੰਨੀ ਪੜ੍ਹਾਈ ਲਿਖਾਈ ਆ, ਕਿੰਨਾ ਤਜਰਬਾ ਹੈ, ਉਹ ਕਿਉਂ ਨਹੀਂ ਵੇਖਦੇ? ਜੀ ਫਲਾਣਾ ਮੰਤਰੀ ਸਾਈਕਲਿੰਗ ਫੈਡਰੇਸ਼ਨ ਦਾ ਪ੍ਰਧਾਨ ਆ, ਚੈਨ ਚੜਾਉਣੀ ਨਹੀਂ ਆਉਂਦੀ ਹੁੰਦੀ ਉਹਨੂੰ। ਇਹ ਨਹੀਂ ਪਤਾ ਹੁੰਦਾ ਵੀ ਟਾਇਰ ਕਿਹੜਾ ਪੈਂਚਰ ਹੋਇਆ, ਇਹ ਨਹੀਂ ਪਤਾ ਵੀ ਸਾਈਕਲ ਦੇ ਕੁੱਤੇ ਕਿਵੇਂ ਫੇਲ ਹੋਏ। ਆਪਦੇ ਹੋ ਜਾਂਦੇ ਉਹਨਾਂ ਦੇ ਉਦੋਂ ਤੱਕ। ਕੋਈ ਕਹਿੰਦਾ ਜੀ ਮੈਂ ਹਾਕੀ ਫੈਡਰੇਸ਼ਨ ਦਾ ਪ੍ਰਧਾਨ ਆ, ਗੁੱਲੀ ਡੰਡਾ ਖੇਡਣਾ ਨਹੀਂ ਆਉਂਦਾ ਉਹਨੂੰ। ਜੀ ਉਹੀ ਤਾਂ ਗੱਲ ਆ ਨਾ। ਫਿਰ ਜਾਂ ਤਾਂ ਹਰ ਪਾਸੇ ਧਿਆਨ ਦਿਓ, ਤੇ ਜਾਂ ਫਿਰ ਜਿਹੜੀਆਂ ਚੀਜ਼ਾਂ ਜਿਵੇਂ ਚੱਲ ਰਹੀਆਂ, ਇੱਕ ਤਾਂ ਪਤਾ ਨਹੀਂ ਕਿਉਂ ਜਦੋਂ ਤੋਂ ਸੱਤਾ 'ਚ ਆਏ ਨੇ ਨਾ ਬਦਲਣ 'ਚ ਇੰਨਾ ਵਿਸ਼ਵਾਸ ਰੱਖਦੇ ਨੇ। ਮੈਨੂੰ ਤਾਂ ਇਹ ਡਰ ਰਹਿੰਦਾ ਵੀ ਸਵੇਰ ਨੂੰ ਕਿਤੇ ਮੈਂ ਉੱਠਾ ਮੇਰਾ ਨਾਮ ਮੁਖਤਿਆਰ ਕੌਰ ਨਾ ਹੋਵੇ। ਹਾਂ ਬਿਲਕੁਲ ਗੱਲ ਸਹੀ ਆ। ਵਾਹ। ਕਦੀ ਬੈਂਕ ਦਾ ਨਾਮ ਬਦਲ ਦਿਓ, ਸੜਕ ਦਾ ਨਾਮ ਬਦਲ ਦਿਓ, ਇਮਾਰਤ ਦਾ ਨਾਮ ਬਦਲ ਦਿਓ, ਕਦੀ ਪੁਰਸਕਾਰਾਂ ਦਾ ਨਾਮ ਬਦਲ ਦਿਓ। ਅਸੀਂ ਤੁਹਾਨੂੰ ਸੱਤਾ 'ਚ ਨਾ ਬਦਲਣ ਲਈ ਨਹੀਂ ਲੈ ਕੇ ਆਏ ਸੀ। ਇਹ ਤਾਂ ਉਹ ਗੱਲ ਹੋਈ, ਕਹਿੰਦੇ ਵੀ ਜੇ ਆਹ ਕੰਮ ਨਾ ਕੀਤਾ ਤਾਂ ਮੇਰਾ ਨਾਮ ਬਦਲ ਦਿਓ। ਇਹ ਤਾਂ ਸਾਰਾ ਕੁਝ ਕੀਤੇ ਕਰਾਏ ਦੇ ਬਾਵਜੂਦ ਵੀ ਨਾਮ ਬਦਲੀ ਜਾਂਦੇ ਆ। ਕੀ ਕਰਗੇ, ਐਂ ਚੱਲਦਾ ਇੱਥੇ ਜੀ। ਆ ਹੀ ਗਿਆ ਫਿਰ। हाँ देखो वो आ गया। हाँ आ गया। देखो वो आ गया एक दिन दली नजर आ गया जी, निगाह पै गया। ओ गाना नहीं सी आजा 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 ਉਹ ਸੀਗੀ ਸੌਸ ਦੀ ਬੋਤਲ ਦੇ ਵਿੱਚੋਂ ਡਿੱਗਦੀ ਸੀ। ਜੀ ਉਹ ਜਿਵੇਂ ਨਾ ਬੋਤਲ ਦੇ ਵਿੱਚ ਥੋੜੀ ਜਿਹੀ ਸੌਸ ਡਿੱਗਦੀ ਹੈ ਤੇ ਮਗਰ ਗਾਣੇ ਚ ਆ ਜਾ ਬਿਲਕੁਲ ਜਨਾਬ ਜੀ ਇਵੇਂ ਹੀ ਆਏ। ਬਿਲਕੁਲ ਉਹਨਾਂ ਨੇ 1.5 ਮਿੰਟ ਦੀ ਗੱਲਬਾਤ ਕੀਤੀ ਹੈ ਪੱਤਰਕਾਰਾਂ ਦੇ ਨਾਲ ਤੇ ਫਿਰ ਉਹ ਚਲੇ ਗਏ। ਅੱਛਾ ਉਹ ਚਲੇ ਗਏ ਫਿਰ 1.5 ਮਿੰਟ ਹੀ ਸੀ ਸਿਰ 1.5-2 ਮਿੰਟ ਵੱਧ ਤੋਂ ਵੱਧ ਫਿਰ ਉਹ ਪਾਰਲੀਮੈਂਟ ਦੇ ਵਿੱਚ ਹਿੱਸਾ ਲਿਆ ਉਹਨਾਂ ਨੇ ਤੇ ਫਿਰ ਉਹ ਚਲੇ ਗਏ। ਦੇਖੋ ਇਹ ਤਾਂ ਲੱਡੂ ਵੰਡਣੇ ਚਾਹੀਦੇ ਸੀ, ਲੱਡੂਆਂ ਵਰਗੇ ਲੱਡੂ। ਮੈਂ ਤਾਂ ਕਹਿੰਦਾ ਜੋ ਵੰਡਿਆ ਜਾ ਸਕਦਾ ਉਹ ਵੰਡ ਦੇਣਾ ਚਾਹੀਦਾ। ਅਸੀਂ ਕਹਿੰਦੇ ਗੁਰਦਾਸਪੁਰ ਕਿਉਂ ਨਹੀਂ ਆਉਂਦੇ, ਉਹ ਕਦੇ ਪਾਰਲੀਮੈਂਟ ਚ ਆਉਂਦੇ ਆ। ਇਹ ਤਾਂ ਕਾਜੂ ਕਤਲੀ ਵਾਲੀ ਗੱਲ ਹੋਈ ਹੈ। ਮੈਂ ਨਾ ਕਤਲੇਆਮ ਪਹਿਲਾਂ ਬੜਾ ਹੋਇਆ ਪਿਆ ਜੀ। ਤੇ ਚਲੋ ਆਖਰਕਾਰ ਉਹ ਦਿਨ ਆਇਆ, ਸਨੀ ਦਿਓਲ ਵੀ ਪਾਰਲੀਮੈਂਟ ਚ ਹਾਜ਼ਰ ਹੋਏ। ਫਿਲਮਾਂ ਤੋਂ ਬਾਅਦ ਅਸੀਂ ਕਾਫੀ ਲੰਮੇ ਸਮੇਂ ਬਾਅਦ ਦੇਖੇ ਉਹ। ਉਹਨਾਂ ਨੂੰ ਦੇਖ ਕੇ ਪਤਾ ਲੱਗਾ ਵੀ ਠੀਕ ਨੇ, ਕੋਈ ਵੱਡੀ ਸਮੱਸਿਆ ਨਹੀਂ, ਉਹ ਤੰਦਰੁਸਤ ਨੇ, ਤੰਦਰੁਸਤ ਰਹਿਣ। ਤੇ ਜਿਹੜੇ ਵੀ ਉਹਨਾਂ ਦੇ ਹਲਕੇ ਦੇ ਲੋਕ ਆ ਬਿਮਾਰੀਆਂ ਸ਼ਮਾਰੀਆਂ ਨਾਲ ਜੂਝਦੇ ਆ, ਜਿਹੜੇ ਕਿ ਹਸਪਤਾਲਾਂ ਦੀ ਘਾਟ ਕਰਕੇ ਬਹੁਤ ਸਮੱਸਿਆਵਾਂ ਦੇ ਵਿੱਚੋਂ ਗੁਜ਼ਰਦੇ ਆ, ਉਹਨਾਂ ਦੀ ਤੰਦਰੁਸਤੀ ਦੇ ਲਈ ਵੀ ਕੁਝ ਨਾ ਕੁਝ ਕਰਨ। ਬਿਲਕੁਲ ਸਹੀ। ਸਨੀ ਦਿਓਲ ਹੋਰਾਂ ਨੂੰ ਗੁਰਦਾਸਪੁਰ ਦੇ ਲੋਕ ਲੱਭੀ ਜਾਂਦੇ ਆ, ਪਰ ਅਸੀਂ ਤਾਂ ਟੀਵੀ ਤੇ ਹੀ ਵੇਖੇ ਆ। उन्होंने मीडिया के नाल 2 मिनट गलबात की है। वो कहते हमें प्राउड है अपने देश के खिलाड़ियों पर, ओलंपिक में भारत ने चमत्कार कर दिया, बहुत अच्छा लगा मुझे, पाके मास्क फिर अंदर उतर गए। नहीं ये तो गल्लां ਅਸੀਂ ਸਾਰੇ ਵੀ ਕਹਿ ਹੀ ਰਹੇ ਆ, ਪਰ ਆਪਣੀ ਕਹਿਣ ਦੇ ਉੱਤੇ ਏਡੀ ਖਬਰ ਨਹੀਂ ਨਾ ਬਣਦੀ। ਅੱਛਾ ਤੇ ਮਸਲੇ ਲੋਕਾਂ ਦੇ ਆਪੇ ਹੱਲ ਹੋ ਜਾਣਗੇ। ਉਹ ਜਦੋਂ ਪੋਸਟ ਪਾਉਣਗੇ ਵੀ ਭਾਈ ਮੈਂ ਸਾਰਾ ਕੁਝ ਖਿੱਚ ਦੇਣਾ, ਹੁਣ ਪੁਲ ਬਣਾ ਦੇਣਾ, ਬਸ ਬਣ ਗਿਆ ਫਿਰ। ਅੱਛਾ ਨਹੀਂ ਵੋਟਾਂ ਵੀ ਪਾਈਆਂ ਸੀ ਨਾ। ਹਾਂ ਤੇ ਉਹ ਫਿਰ ਉਹਦੀ ਗਲਤੀ ਥੋੜੀ ਸੀ। ਅੱਛਾ ਉਹ ਤਾਂ ਸਾਡੀ ਸੀ ਨਾ। ਨਹੀਂ ਵਾਅਦੇ ਕੀਤੇ ਸੀ ਆਪਾਂ ਜਦੋਂ ਐ ਕਰਦੇ ਸੀਗੇ, ਇੱਕ ਵਾਰੀ ਪਲੀਜ਼ ਸਰ ਪਲੀਜ਼ ਇੱਕ ਵਾਰੀ ਸੈਲਫੀ ਕਰ ਲੈਣ ਦਿਓ, ਫਿਰ ਐਂ ਹੀ ਹੁੰਦਾ। ਵਾਅਦੇ ਕੀਤੇ ਸੀ ਨਾ, ਤੇ ਵਾਅਦੇ ਕੀਤੇ ਸੀ ਤਾਂ ਪਹਿਲਾਂ ਸੋਚਣਾ ਸੀ ਨਾ ਵੀ ਵਾਅਦੇ ਤਾਂ ਹੁੰਦੇ ਹੀ ਆ, ਹੁਣ ਵੀ ਤਾਂ ਕਰ ਹੀ ਰਹੇ ਆ ਵੀ ਸਾਨੂੰ ਇੱਕ ਵਾਰੀ ਮੌਕਾ ਦਿਓ, ਅਸੀਂ ਐਂ ਕਰ ਦਿਆਂਗੇ। ਪਰ ਕੋਈ ਉੱਠ ਕੇ ਗੱਲ ਕਹਿੰਦਾ ਵੀ ਪਹਿਲੇ ਸਾਲ ਹੀ ਕਰ ਦਿਓਗੇ ਪੂਰਾ, ਪਹਿਲੇ ਮਹੀਨੇ ਚ ਕਰੋਗੇ ਜਾਂ ਆਖਰੀ ਸਾਲ ਚ ਕਰੋਗੇ। ਲੀਡਰਾਂ ਦੇ ਕੋਲੇ 5 ਵਰੇ ਹੁੰਦੇ ਆ, ਕਿਸੇ ਨੂੰ ਵੀ ਮੌਕਾ ਦੇਣ, ਪਰ ਕਦੇ ਕਿਸੇ ਨੇਤਾ ਨੇ ਤਾਂ ਗੱਲ ਕਹੀ ਨਹੀਂ ਵੀ ਮੈਂ ਜੇਕਰ 1 ਮਹੀਨੇ ਦੇ ਵਿੱਚ ਪਹਿਲੇ ਮਹੀਨੇ ਚ ਆ ਵਾਅਦਾ ਪੂਰਾ ਨਾ ਕੀਤਾ ਤਾਂ ਤੁਸੀਂ ਜੋ ਕਹੋ ਮੈਂ ਉਹ ਸਜ਼ਾ ਭੁਗਤਣ ਨੂੰ ਤਿਆਰ ਆ। ਵਾਹ ਵਾਹ। ਲੋਕ ਇਹ ਗੱਲ ਕਹਿੰਦੇ ਨੇ ਅੱਛਾ ਵਾਅਦਾ ਕਰ ਲਿਆ, ਉਹ 4.5 ਸਾਲ ਬਾਅਦ ਕਹਿ ਦਿੰਦੇ ਕਰ ਦਿੰਦੇ ਪੂਰਾ। ਗੱਲ ਸਹੀ ਹੈ। ਇਸੇ ਲਈ ਤਾਂ ਵਿਕਾਸ ਅੱਜ ਕੱਲ ਬਹੁਤ ਜ਼ਿਆਦਾ ਸੱਚ ਹਨੇਰੀਆਂ ਆਈਆਂ ਹੋਈਆਂ ਵਿਕਾਸ ਵਾਲੀਆਂ ਵੀ। ਟਾਣਾ ਸਾਹਿਬ ਜਿਹੜੀ ਮਰਜ਼ੀ ਸੜਕ ਤੇ ਚੱਲ ਜਾਓ, ਮੈਨੂੰ ਬਾਕੀ ਥਾਵਾਂ ਦਾ ਤਾਂ ਪਤਾ ਨਹੀਂ, ਜਲੰਧਰ ਚ ਜੋ ਹਾਲਾਤ ਨੇ ਮੈਂ ਉਹ ਦੱਸ ਰਹੀ ਹਾਂ, ਜਿਹੜੀ ਮਰਜ਼ੀ ਸੜਕ ਤੇ ਚੱਲ ਜਾਓ ਉਹੀ ਪੱਟੀ ਪਈ ਹੈ, ਪੂਰੀ ਮਿੱਟੀ ਪੱਟੀ ਪਈ ਹੈ। वो फिल्म ਦੇ ਵਿੱਚ ਕਹਿੰਦੇ ये मजदूर का हाथ है कातिया, जब ये पड़ता है ना आदमी उठता नहीं उठ जाता है। ਤੇ ਕਿਸਾਨ ਤੇ ਮਜ਼ਦੂਰ ਬਾਰਡਰਾਂ ਦੇ ਉੱਤੇ ਬੈਠੇ ਆ, ਕਾਤਿਆ ਮੜ ਜਾ ਜਾਓ। ਹਾਂ ਉੱਥੇ ਉਹਨਾਂ ਮਜ਼ਦੂਰਾਂ ਦੀ ਕਿਸਾਨਾਂ ਦੀ ਸਾਰ ਵੀ ਲਓ, ਪੰਜਾਬ ਦੇ ਪੁੱਤਰ ਹੋ ਤੇ ਪੰਜਾਬ ਦੇ ਅਸਲ ਪੁੱਤਰ ਬਣ ਕੇ ਵੀ ਦਿਖਾਓ। ਬਿਲਕੁਲ ਸਹੀ ਗੱਲ ਆ। ਤੇ ਇੱਕ ਮੈਂ ਹੋਰ ਜਾਣਕਾਰੀ 'ਚ ਵਾਅਦਾ ਕਰ ਦਿਆਂ, ਜਿਹੜੇ ਵੀ ਲੋਕ ਇਹ ਗੱਲ ਕਹਿੰਦੇ ਆ ਇਹ ਤਾਂ ਕਿਸਾਨ ਨਕਲੀ ਹਨ, ਇਹ ਤਾਂ ਕਿਸਾਨ ਹਨ ਹੀ ਨਹੀਂ, ਇਹਨਾਂ ਨਕਲੀ ਕਿਸਾਨਾਂ ਦੇ ਧੀਆਂ ਪੁੱਤਾਂ ਨੇ ਹਾਕੀ ਦੇ ਵਿੱਚ ਚਮਤਕਾਰ ਕੀਤਾ। ਇਹਨਾਂ ਨਕਲੀ ਕਿਸਾਨਾਂ ਦੇ ਧੀਆਂ ਪੁੱਤਾਂ ਨੇ ਹੀ ਸਾਰੇ ਮੈਡਲ ਲੈ ਕੇ ਆਉਂਦੇ ਨੇ। ਇਹ ਜਿਹੜੇ ਨਕਲੀ ਕਿਸਾਨ ਆ ਨਾ,
ਇਹ 48% ਜਿਹੜੇ ਐਤਕੀ ਗਏ ਸੀਗੇ 올림픽 ਦੇ ਵਿੱਚ ਟੋਕੀਓ ਦੇ ਵਿੱਚ 48% ਦੀ ਖਿਡਾਰੀ ਤੇ ਖਿਡਾਰਨਾ ਇਹਨਾਂ ਨਕਲੀ ਕਿਸਾਨਾਂ ਦੇ ਧੀਆਂ ਪੁੱਤਾਂ। ਮੈਂ ਅੱਜ ਰਿਪੋਰਟ ਪੜ੍ਹ ਕੇ ਆਇਆ ਵੀ ਕਿੰਨੇ ਫੀਸਦੀ ਆ। ਨਾਲੇ ਸਭ ਤੋਂ ਵੱਡੀ ਚੀਜ਼ ਕਿ ਨਕਲੀ ਕਿਸਾਨ ਤਾਂ ਫਿਰ ਵੀ ਦਿਖ ਰਹੇ ਨੇ ਬਾਰਡਰਾਂ ਤੇ ਬੈਠੇ, ਇਹ ਜਿਹੜੇ ਅਸਲੀ ਕਿਸਾਨਾਂ ਦੀ ਗੱਲ ਕਰਦੇ ਹੋ ਕਿਤੇ ਨਜ਼ਰ ਨਹੀਂ ਆ ਰਹੇ। ਤੇ ਅਗਲੀ ਗੱਲ ਇੱਕ ਹੋਰ ਮਹੱਤਵਪੂਰਨ ਆ ਵੀ ਇਹ ਨਕਲੀ ਕਿਸਾਨ ਹਨ, ਉਹ ਨਕਲੀ ਕਿਸਾਨਾਂ ਦੇ ਧੀਆਂ ਪੁੱਤ ਹਨ। ਚਲੋ ਤੁਹਾਡੇ ਕਹੇ ਮੁਤਾਬਕ ਆਪਾਂ ਇਹ ਵੀ ਮੰਨ ਲਾਂਗੇ, ਪਰ ਇਹ ਦੱਸੋ ਵੀ ਤੁਹਾਡੇ ਧੀ ਜਾਂ ਪੁੱਤ ਦੇ ਵਿੱਚੋਂ ਕੀ ਨੇ ਜਾਂ ਤੁਹਾਡੀ ਰਿਸ਼ਤੇਦਾਰੀ ਦੇ ਵਿੱਚੋਂ ਕੀ ਨੇ ਸਰਹੱਦ ਦੇ ਉੱਤੇ ਕਦੇ ਦੇਸ਼ ਦੀ ਰਾਖੀ ਕੀਤੀ ਆ, ਬਾਰਡਰ ਦੇ ਉੱਤੇ ਕਿਸਾਨਾਂ ਦੇ ਨਾਲ ਬੈਠੇ ਜਾਂ ਕਿਸਾਨ ਬਣ ਕੇ ਬੈਠੇ ਆ, ਤੇ ਜਾਂ ਤੁਹਾਡੇ ਧੀਆਂ ਪੁੱਤਾਂ ਦੇ ਵਿੱਚੋਂ ਕਿੰਨੇ ਕਾ ਜਿਨ੍ਹਾਂ ਨੇ ਕਦੇ ਕੋਈ ਨਿੱਕਾ ਜਿਹਾ ਰਬੜ ਦਾ ਮੈਡਲ ਵੀ ਲੈ ਕੇ ਆਂਦਾ, ਪਲਾਸਟਿਕ ਦਾ ਮੈਡਲ ਵੀ ਲੈ ਕੇ ਆਂਦਾ। ਤੁਸੀਂ ਨੁਕਸ ਕੱਢਦੇ ਉਹਨਾਂ ਦੇ ਵਿੱਚ ਜਿਨ੍ਹਾਂ ਨੇ ਬਹੁਤ ਕੁਝ ਕੀਤਾ, ਜਿਨ੍ਹਾਂ ਦੀ ਗਿੱਚੀ ਤੋਂ ਲੈ ਕੇ ਗਿੱਟਿਆਂ ਤੱਕ ਮੁੜਕਾ ਚੋਂਦਾ, ਜਿਹੜੇ ਪਸੀਨੇ ਦੇ ਨਾਲ ਭਿੱਜੇ ਰਹਿੰਦੇ ਆ, ਪਰ ਤੁਸੀਂ ਗੱਲਾਂ ਕਰਦੇ ਇਹ एसी कमरे च बैठ के हमने ये कर दिया, हमने वो कर दिया। एक मैं कल टीवी चैनल ते देखी खबर, ਉਹਦਾ ਤਾਂ ਕੰਮ ਹੀ ਇਹ ਆ, ਉਹ ਹਰ ਗੱਲ ਦੇ ਵਿੱਚ ਨਾ ਜੋ ਮੋਦੀ ਸਾਹਿਬ ਨੇ ਕਰ ਦਿਆ ਬਹੁਤ ਕੁਝ ਕਰਨ, ਉਹ ਅਸੀਂ ਇਹਦੀ ਕਾਮਨਾ ਕਰਦੇ ਆ। ਅਸੀਂ ਉਹਨਾਂ ਨੂੰ ਚੁਣਿਆ ਤਾਂ ਸੀ ਨਾ, ਲੋਕਾਂ ਨੇ ਵੋਟਾਂ ਹੀ ਤਾਂ ਪਾਈਆਂ ਸੀ। मोदी साहब के जलवे के साथ देश ने 7 मेडल लिए। मैं कहा मोदी साहब ने भाला सुट्टिਆ ਸੀ ਕਿ ਨੀਰਜ ਚੋਪੜਾ ਨੇ ਮੈਨੂੰ ਭੁਲੇਖਾ ਤਾਂ ਨਹੀਂ ਪੈ ਗਿਆ? ਗੱਲ ਤਾਂ ਸਹੀ ਹੈ ਟਾਣਾ ਸਾਹਿਬ। ਭਾਲਾ ਕੋਈ ਸੁੱਟਦਾ, ਬਾਕਸਿੰਗ ਕੋਈ ਕਰਦਾ, ਕੁਸ਼ਤੀ ਕੋਈ ਕਰਦਾ, ਹਾਕੀ ਕੋਈ ਖੇਡਦਾ। ਨਵੀਨ ਪਟਨਾਇਕ ਸਾਹਿਬ ਆ ਜਿਹੜੇ ਉੜੀਸਾ ਦੇ ਮੁੱਖ ਮੰਤਰੀ, ਉਹ ਹਾਕੀ ਖਿਡਾਰੀਆਂ ਦੀ ਮਦਦ ਕਰਦੇ ਤੇ ਆਪਾਂ ਫੋਨ ਕਰ ਲਾ ਕੇ ਸਪੀਕਰ ਤੇ प्रिय मुबारकबाद हो आपको, आप आइए तो सही। नहीं नाले तुसी जे ए कहो कि नवीन पटनायक के जलवे के साथ ओलंपिक्स मुकम्मल ता समझ आउंदी है गल भी ओ बंदा है जदों किसी ने बाह नहीं फड़ी ते ओ बंदा अगे आया, उन्होंने बाह फड़ी, उन्होंने उन्हां खिडारियां दी सार लई है ना, फिर तो समझ आउंदा। जे नवीन पटनायक होरी इश्तिहार देण जी, नवीन पटनायक होरी राज सभा दा मैंबर बनाउंदे हुण उन्हां दी गल हो जे, ये भी गल सही है, क्यों थोड़ी हुंदी है। हां तो गल है उन्हां दी बिल्कुल। ਲਓ ਜੀ ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ। ਮੈਂ ਹਾਂ ਸਵਰਨ ਸਿੰਘ ਤੇ ਨਾਲ ਨੇ ਹਰਮਨਥਨ ਜੀ। ਜੀ ਤੇ ਹੁਣ ਅੱਗੇ ਵਧੀਏ ਟਾਣਾ ਸਾਹਿਬ। ਬਿਲਕੁਲ ਜੀ ਵਧੋ। ਨਵਜੋਤ ਸਿੰਘ ਸਿੱਧੂ ਹੋਰਾਂ ਦੀ ਗੱਲ ਕਰਦੇ ਹਾਂ। ਇੱਕ ਵਾਰੀ ਫਿਰ ਉਹਨਾਂ ਨੇ ਉਹ ਗੱਲ ਕੀਤੀ ਜਿਹੜੀ ਗੱਲ ਤੋਂ ਡਰਦੇ ਸੀ ਜੀ। ਲੱਗਦਾ ਇਉਂ ਸੀ ਕਈ ਲੋਕਾਂ ਨੂੰ ਵੀ ਕੈਪਟਨ ਤੇ ਸਿੱਧੂ ਦਰਮਿਆਨ ਸਭ ਕੁਝ ਠੀਕ ਹੋ ਗਿਆ, ਪਰ ਸਾਨੂੰ ਨਹੀਂ ਸੀ ਇਹ ਲੱਗਦਾ। ਇਉਂ ਲੱਗਦਾ ਸੀਗਾ ਵੀ ਇਹ ਨਾ ਆਉਂਦੇ ਸਮੇਂ ਦੇ ਵਿੱਚ ਕੋਈ ਨਾ ਕੋਈ ਕਲੇਸ਼ ਵਾਲੀ ਗੱਲ ਹੋਊਗੀ, ਤੇ ਹੋ ਗਈ ਤੇ ਹਾਲੇ ਹੋਰ ਹੋਣੀ ਬਾਕੀ ਹੈ। ਕਿਉਂਕਿ ਕੈਪਟਨ ਅਮਰਿੰਦਰ ਸਿੰਘ ਉਸ 18 ਨੁਕਾਤੀ ਪ੍ਰੋਗਰਾਮ ਦੇ ਉੱਤੇ ਹਾਲੇ ਕੰਮ ਨਹੀਂ ਕਰ ਰਹੇ, ਜਿਹੜਾ ਕਿ ਹਾਈ ਕਮਾਨ ਨੇ ਕਿਹਾ, ਜਿਹੜਾ ਕਿ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਹਾਈ ਕਮਾਨ ਨੂੰ ਕਹਿ ਕੇ ਤੇ ਆਪ ਮਿਲ ਕੇ ਵੀ ਇਹ ਬੇਨਤੀ ਕੀਤੀ ਗਈ ਵੀ ਭਾਈ ਮਸਲੇ ਹੱਲ ਕਰੀਏ। ਹੁਣ ਕੈਪਟਨ ਅਮਰਿੰਦਰ ਸਿੰਘ ਗਏ ਆ ਦਿੱਲੀ, ਕਹਿੰਦੇ ਵੀ ਫੇਰ ਬਦਲ ਕਰਨ ਦੇ ਲਈ ਮੰਤਰੀ ਮੰਡਲ ਦੇ ਵਿੱਚੋਂ ਮੁਲਾਕਾਤ ਕਰਨ ਗਏ ਗਾਂਧੀ ਪਰਿਵਾਰ ਦੇ ਜੀਆਂ ਦੇ ਨਾਲ ਵੀ ਭਰੋਸੇ ਦੇ ਵਿੱਚ ਲੈ ਲਈਏ। ਤੇ ਅਗਲੀ ਗੱਲ ਇਹ ਆ ਵੀ ਪੰਜਾਬ ਦੇ 5 ਮੰਤਰੀਆਂ ਨੇ ਸੋਨੀਆ ਗਾਂਧੀ ਨੂੰ ਚਿੱਠੀ ਲਿਖੀ ਹੈ ਤੇ ਕੈਪਟਨ ਦੀਆਂ ਸ਼ਿਕਾਇਤਾਂ ਲਾਈਆਂ। ਉਹਦੇ ਵਿੱਚ ਇਹ ਗੱਲ ਕਹੀ ਹੈ ਵੀ ਇਹ ਪੰਜਾਬ ਦੇ ਕੰਮ ਕਰ ਹੀ ਨਹੀਂ ਰਹੇ, ਤੇ ਜੇ ਕੰਮ ਨਹੀਂ ਕਰਦੇ ਤੁਸੀਂ ਲੋਕਾਂ ਦੇ ਵਿੱਚ ਕਿਵੇਂ ਵੜਾਂਗੇ, ਤੇ ਜੇ ਲੋਕਾਂ 'ਚ ਨਾ ਵੜ ਸਕੇ ਤੇ ਫਿਰ ਜਿੱਤਾਂਗੇ ਕਿਵੇਂ, ਤੇ ਫਿਰ ਤਾਂ ਦੂਰ ਦੀ ਕੌਡੀ ਵਾਲੀ ਗੱਲ ਹੀ ਹੈ ਸਰਕਾਰ। ਔਰ ਦੂਸਰੇ ਬੰਨੇ ਸਿੱਧੂ ਸਾਹਿਬ ਨੇ ਇੱਕ ਨਵਾਂ ਮੁੱਦਾ ਜਿਹੜਾ ਉਹ ਚੱਕ ਲਿਆ, ਜਿਸ ਤੋਂ ਬਾਅਦ ਵਿੱਚ ਰੌਲਾ ਪੈ ਗਿਆ ਤੇ ਰੌਲਾ ਵੱਧ ਵੀ ਸਕਦਾ ਹੈ। ਅਸਲ ਦੇ ਵਿੱਚ ਏਡੀਜੀਪੀ ਹਰਪ੍ਰੀਤ ਸਿੰਘ ਨੇ 2018 ਦੇ ਵਿੱਚ ਇੱਕ ਨਸ਼ਾ ਤਸਕਰੀ ਦੀ ਅਦਾਲਤ ਦੇ ਵਿੱਚ ਰਿਪੋਰਟ ਸੌਂਪੀ ਸੀ, ਸਟੇਟਸ ਰਿਪੋਰਟ ਜੀ, ਸਟੇਟਸ ਰਿਪੋਰਟ ਜਿਹੜੀ ਆ ਉੱਥੇ ਜਮ੍ਹਾਂ ਕਰਾਈ ਸੀ, ਉਹਨੂੰ ਜਨਤਕ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਨਵਜੋਤ ਸਿੰਘ ਸਿੱਧੂ ਨੇ ਇਸ ਮੁੱਦੇ ਦੇ ਉੱਤੇ ਲਗਾਤਾਰ ਕਈ ਟਵੀਟ ਕੀਤੇ ਆ, ਉਹ ਟਵੀਟ ਹੀ ਇੱਕ ਵਾਰੀ ਫਿਰ ਹੋਏ ਆ। ਉਹ ਕਹਿੰਦੇ ਇਹ ਦੱਸੋ ਵੀ ਨਸ਼ਾ ਤਸਕਰੀ ਦੇ ਮਾਮਲੇ ਦੇ ਵਿੱਚ ਪੁਲਿਸ ਨੇ ਹੁਣ ਤੱਕ ਕੀ ਕੀਤਾ। 2018 ਦੇ ਵਿੱਚ ਸਟੇਟਸ ਰਿਪੋਰਟ ਤਾਂ ਸੌਂਪ ਦਿੱਤੀ, ਪਰ ਇਹ ਸੀਲਬੰਦ ਲਿਫਾਫਾ ਉਵੇਂ ਦਾ ਉਵੇਂ ਪਿਆ। ਸੂਬੇ ਦੀ ਸਰਕਾਰ ਨੇ ਕੀ ਕੀਤਾ, ਅਦਾਲਤੀ ਕਾਰਵਾਈ ਉਸ ਤੋਂ ਬਾਅਦ ਤੁਸੀਂ ਕੀ ਕਰਵਾਈ ਆ, ਪੰਜਾਬ ਦੇ ਵਿੱਚੋਂ ਨਸ਼ਾ ਕਿੰਨਾ ਕੁ ਮੁੱਕਿਆ, ਇਸ ਮਸਲੇ ਦੇ ਉੱਤੇ ਜਵਾਬਦੇਹ ਹੋਣਾ ਚਾਹੀਦਾ ਜੀ। ਤੇ ਇਹ ਤਾਂ ਫਿਰ ਇਹਦਾ ਮਤਲਬ ਹੋਇਆ ਕਿ ਆਪਣੀ ਹੀ ਸਰਕਾਰ ਦੇ ਉੱਪਰ ਦੁਬਾਰਾ ਤੋਂ ਉਂਗਲ ਚੱਕੀ ਹੈ। ਇਸੇ ਕਰਕੇ ਤਾਂ ਕਹਿੰਦੇ ਵੀ ਜੇਕਰ 2022 ਦੇ ਵਿੱਚ ਸਾਡੀ ਸਰਕਾਰ ਆ ਗਈ ਤੇ ਫਿਰ ਦੇਖੋ ਵੀ ਅਸੀਂ ਸਾਰੇ ਮਸਲੇ ਹੱਲ ਕਰ ਦੇਣੇ ਆ। 2022 ਦੇ ਵਿੱਚ ਜੇ ਸਾਡੀ ਸਰਕਾਰ ਆਈ, ਨਸ਼ਾ ਮਾਫੀਆ ਖਤਮ। 2022 ਚ ਸਾਡੀ ਸਰਕਾਰ ਆਈ, ਰੇਤ ਮਾਫੀਆ ਖਤਮ। ਇੱਕ ਮਿੰਟ ਟਾਣਾ ਸਾਹਿਬ, ਮੈਨੂੰ ਇੱਕ ਚੀਜ਼ ਸਮਝ ਨਹੀਂ ਆਈ ਕਿ ਲੋਕਾਂ ਨੇ ਤਾਂ ਹੁਣ ਵੀ ਸਰਕਾਰ ਲੈ ਕੇ ਆਂਦੀ ਸੀ। ਓਏ ਹੁਣ ਤਾਂ ਨੀਟੂ ਸ਼ਟਰਾਂ ਵਾਲੇ ਦੀ ਹੈ। ਨਹੀਂ ਨਾਲੇ ਦੂਸਰੀ ਗੱਲ ਇਹ ਲੋਕਾਂ ਨੂੰ ਥੋੜੀ ਪਤਾ ਸੀ ਵੀ ਤੁਸੀਂ ਆਪਸ ਵਿੱਚ ਲੜ ਕੇ ਗੁੱਸੇ ਹੋ ਜਾਣਾ ਹੈ। ਲੋਕਾਂ ਦਾ ਕੀ ਕਸੂਰ ਸੀ, ਲੋਕਾਂ ਨੇ ਹੁਣ ਵੀ ਸਰਕਾਰ ਬਣਾਈ ਸੀ, ਚੁਣੀ ਸੀ, ਤੇ ਹੁਣ ਜੇਕਰ ਉਹ ਨਹੀਂ ਹੋਏ, ਜੇਕਰ ਤੁਸੀਂ 2022 ਦੇ ਵਿੱਚ ਵੀ ਲੜ ਕੇ ਇੱਕ ਦੂਜੇ ਨਾਲ ਗੁੱਸੇ ਹੋ ਗਏ ਤਾਂ ਫਿਰ ਕੌਣ ਜ਼ਿੰਮੇਵਾਰ ਹੈ ਭਾਈ? ਫਿਰ ਤੁਸੀਂ ਕਹੋਗੇ ਇੱਕ ਵਾਰ ਹੋਰ ਮੌਕਾ ਦੇ ਦਿਓ, ਹੁਣ ਅਸੀਂ ਲੜਾਈਆਂ ਸੁਲਝਾ ਲਈਏ, ਅਗਲੀ ਵਾਰ ਅਸੀਂ ਮਸਲੇ ਹੱਲ ਕਰ ਦਾਂਗੇ। ਸੋ ਮੁੱਖ ਦੀ ਗੱਲ ਇੱਥੇ ਹੈ ਕਿ ਚਾਹੇ ਕਿਸੇ ਵੀ ਪਾਰਟੀ ਦੀ ਸਰਕਾਰ ਹੋਏ,
ਪਿਛਲਖੋਰੀ ਝਾਤ ਵੀ ਮਾਰ ਲਓ, ਹੁਣ ਵਾਲੀ ਵੀ ਮਾਰ ਲਓ, ਆਪੇ ਤੁਹਾਨੂੰ ਸਭ ਕੁਝ ਸਾਫ਼ ਹੋ ਜਾਊਗਾ ਕੀ ਕਰਨਾ ਚਾਹੀਦਾ ਕੀ ਨਹੀਂ। ਕਿਉਂਕਿ ਇਸ ਵੇਲੇ ਜਦ ਤੱਕ ਅਸੀਂ ਸਵਾਲ ਨਹੀਂ ਕਰਾਂਗੇ, ਚਾਹੇ ਉਹ ਕਿਸੇ ਵੀ ਪਾਰਟੀ ਦਾ ਕੋਈ ਵੀ ਨੁਮਾਇੰਦਾ ਹੋਏ, ਤਦ ਤੱਕ ਸਾਨੂੰ ਕਿਤੇ ਵੀ ਹੱਲ ਨਹੀਂ ਮਿਲਣਾ ਕਿਸੇ ਗੱਲ ਦਾ। ਸੋ ਅਸੀਂ ਜਾਗਰੂਕ ਹੋਵਾਂਗੇ, ਸਵਾਲ ਕਰਾਂਗੇ ਤੇ ਤਾਂ ਹੀ ਜਿਹੜੀਆਂ ਹੋ ਸਕਦਾ ਹੈ ਕਿ ਰਾਜਨੀਤੀ ਵਾਕਈ ਬਦਲ ਜਾਏ। ਬਿਲਕੁਲ ਤੁਹਾਡੀ ਗੱਲ ਸਹੀ ਆ, ਪਰ ਇਹ ਨਾ ਸਾਰਾ ਕੁਝ ਇੰਨਾ ਸੌਖਾ ਨਹੀਂਗਾ। ਉਹ ਤਾਂ ਹੈ, ਬੇਸ਼ੱਕ ਕੋਈ ਵੀ ਬੰਦਾ ਇਹ ਕਵੇ, ਕਿਸੇ ਇੱਕ ਬੰਦੇ ਦੀ ਗੱਲ ਨਹੀਂ, ਸਮੂਹ ਬੰਦਿਆਂ ਦੀ ਗੱਲ ਹੀ ਹੈ। ਕੋਈ ਵੀ ਬੰਦਾ ਇਹ ਗੱਲ ਕਵੇ ਜੀ ਕਿ ਮੈਂ ਤਾਂ ਇਕੱਲੀ ਸੇਵਾ ਵਾਸਤੇ ਹੀ ਰਾਜਨੀਤੀ 'ਚ ਆਇਆ, ਮੈਨੂੰ ਕੋਈ ਰੁਤਬਿਆਂ ਦੀ ਅਹੁਦਿਆਂ ਦੀ ਲੋੜ ਨਹੀਂ, ਮੈਂ ਇਹਨਾਂ ਦੁਨਿਆਵੀ ਗੱਲਾਂ ਤੋਂ ਬਹੁਤ ਉੱਤੇ ਉੱਠ ਖੜੋਤਾ, ਪਰ ਇਦਾਂ ਦੀ ਗੱਲ ਹੁੰਦੀ ਨਹੀਂਗੀ। ਅੰਦਰ ਖਾਤੇ ਸਾਰਾ ਕੁਝ ਉਵੇਂ ਹੀ ਚੱਲਦਾ। ਹੁਣ ਮੈਂ ਕਦੇ ਕਦੇ ਸੋਚਦਾ ਹੁਣ, ਅੱਗੇ ਵੀ ਕਈ ਵਾਰੀ ਗੱਲ ਕਹੀ ਹੈ ਵੀ ਭਗਤ ਪੂਰਨ ਸਿੰਘ ਸੀ ਜਿਹੜੇ, ਉਹਨਾਂ ਨੇ ਕਿਹੜੀ MP ਦੀ ਚੋਣ ਲੜੀ ਸੀ, ਉਹ ਕਿਹੜਾ ਵਿਧਾਨ ਸਭਾ ਦੇ ਮੈਂਬਰ ਬਣੇ ਸੀ, ਉਹਨਾਂ ਨੇ ਕਿਹੜਾ ਚੇਅਰਮੈਨ ਨਹੀਂ ਲੈ ਕੇ ਸੇਵਾ ਕੀਤੀ, ਪਰ ਆਖਰੀ ਸਾਹ ਤੱਕ ਉਹ ਨਿਆਂ ਆਸਰਿਆਂ ਦੀ ਸੇਵਾ ਕਰਦੇ ਰਹੇ ਆ। ਅਸਲ 'ਚ ਉਹ ਸੇਵਾ ਸੀ, ਉਹ ਅਸਲ ਸੇਵਾ ਸੀ। ਸਾਰੀ ਉਮਰ ਕਿਸੇ ਦੇ ਲੇਖੇ ਲਾ ਦੇਣੀ, ਲੋੜਵੰਦਾਂ ਦੇ ਲੇਖੇ ਲਾ ਦੇਣੀ, ਬਿਨਾਂ ਕਿਸੇ ਸਵਾਰਥ ਤੋਂ, ਬਿਨਾਂ ਕਿਸੇ ਅਹੁਦੇ ਦੇ ਲਾਲਚ ਤੋਂ, ਬਿਨਾਂ ਦੁਨੀਆਦਾਰੀ ਬਾਰੇ ਸੋਚਿਆ, ਸਾਰਾ ਕੁਝ ਉਹਨਾਂ ਨੇ ਆਸਰਿਆਂ ਦੇ ਲਈ ਕਰ ਦੇਣਾ, ਆਪਣੀ ਜ਼ਿੰਦਗੀ ਲਾ ਦੇਣੀ। ਅੱਜ ਪਹਿਲਾਂ ਤਾਂ ਕਹਿੰਦੇ ਆ ਵੀ ਮੈਂ ਹਲਕੇ ਦੇ ਭਾਗ ਬਦਲ ਦੂੰਗਾ, ਭਾਗ ਸਵਾਰ ਦੂੰਗਾ ਜੇਕਰ ਤੁਸੀਂ ਮੈਨੂੰ ਵਿਧਾਨ ਸਭਾ 'ਚ ਭੇਜ ਦਿਓ। ਜਦੋਂ ਵਿਧਾਨ ਸਭਾ 'ਚ ਪਹੁੰਚ ਜਾਂਦੇ ਆ ਤੇ ਫਿਰ ਉੱਤੋਂ ਆ ਜਾਂਦੀ ਹੈ ਮੈਂਬਰ ਪਾਰਲੀਮੈਂਟ ਦੀ ਚੋਣ, ਫਿਰ ਉਧਰਲੇ ਪਾਸੇ ਚੋਣ ਲੜਦੇ ਆ ਤੇ ਇਧਰਲਾ ਉਹਦਾ ਛੱਡਣ ਨੂੰ ਤਿਆਰ ਹੁੰਦੇ ਆ, ਕਹਿ ਦਿੰਦੇ ਵੀ ਮੈਂ ਪੂਰੇ ਲੋਕ ਸਭਾ ਹਲਕੇ ਦੀ ਭਾਗ ਸਵਾਰਨ ਦੀ ਗੱਲ ਸੋਚ ਰਿਹਾ, ਮੈਨੂੰ ਇੱਕ ਵਾਰੀ ਪਾਰਲੀਮੈਂਟ 'ਚ ਪਹੁੰਚਾ ਦਿਓ। ਜਦੋਂ ਪਾਰਲੀਮੈਂਟ ਦੇ ਵਿੱਚ ਪਹੁੰਚਾ ਦਿੰਦੇ ਆ, ਇਧਰ ਜ਼ਮੀਨੀ ਚੋਣ ਹੋ ਜਾਂਦੀ ਵਿਧਾਨ ਸਭਾ ਦੀ, ਇਧਰ ਆਪਦਾ ਹੋਰ ਬੰਦਾ ਫਿੱਟ ਕਰਦੇ ਆ ਵੀ ਇਧਰਲਾ ਵੀ ਆਪਣੇ ਕੋਲੇ ਆ ਜੇ ਤੇ ਮੈਂ ਉਤਲੇ ਪਾਸੇ ਪਹੁੰਚ ਗਿਆ, ਤੇ ਮਸਲੇ ਓਡੇ ਦੇ ਓਡੇ ਰਹਿ ਜਾਂਦੇ ਆ। ਕੋਈ ਕਿਸੇ ਦਾ ਹੱਲ ਨਹੀਂ ਕਰਦਾ, ਸਾਰੇ ਆਪਦਾ ਹੀ ਹੱਲ ਕਰਦੇ ਆ। ਤੇ ਅੱਜ ਤੇ ਇੱਕ ਗੱਲ ਕਦੇ ਸਮਝ ਨਹੀਂ ਆਈ, ਜਦੋਂ ਕਹਿੰਦੇ ਆ ਨਾ ਮੈਂ ਆਪਣੇ ਸਪੋਰਟਰਾਂ ਤੇ ਵੋਟਰਾਂ ਨਾਲ ਸਲਾਹ ਤੋਂ ਬਾਅਦ ਇਹ ਫੈਸਲਾ ਲਿਆ। 150 ਬੰਦਾ ਜਿਹੜਾ ਝੋਲੀ ਚੱਕ ਜਾ ਹੁੰਦਾ ਨਾ, ਇਹ ਸੋਚਦੇ ਵੀ ਮੇਰੇ ਹਲਕੇ ਦੇ ਵਿੱਚ ਉਹੀ ਵੋਟਰ ਆ ਤੇ ਉਹੀ ਸਪੋਰਟਰ ਆ। ਹਾਂ, ਤੇ ਕਈ ਵਾਰ ਤਾਂ ਉਹਨਾਂ ਵੋਟਰਾਂ ਸਪੋਰਟਰਾਂ ਨੂੰ ਪਤਾ ਹੀ ਰਾਤੋਂ ਰਾਤ, ਮਤਲਬ ਬਾਅਦ ਚ ਲੱਗਦਾ ਹੈ ਕਿ ਹੈ ਆ ਕੀ ਹੋ ਗਿਆ। ਪਾਰਟੀ ਬਦਲਣ ਵਾਲੇ ਕਿਸੇ ਵੀ ਨੇਤਾ ਨੂੰ ਸਵਾਲ ਕਰਗੇ ਨਾ ਵੀ ਭਾਈ ਤੁਸੀਂ ਕੀ ਕਹਿਣਾ ਚਾਹੋਗੇ, ਉਹ ਕਹਿੰਦੇ ਜੀ ਮੇਰੇ ਵੋਟਰਾਂ ਦੀ ਬਹੁਤ ਜ਼ਿਆਦਾ ਮੰਗ ਸੀ, ਉਹਨਾਂ ਨੇ ਮੈਨੂੰ ਇਹ ਗੱਲ ਕਹੀ ਤੇ ਕੱਲ ਮੈਂ ਆਪਦੇ ਘਰ ਦੇ ਵਿੱਚ ਮੀਟਿੰਗ ਕੀਤੀ ਤੇ ਮੀਟਿੰਗ 'ਚ ਆਇਆ ਹੁੰਦਾ 150 ਬੰਦਾ ਤੇ ਹਲਕੇ 'ਚ ਹੁੰਦੀ ਹੈ ਲੱਖਾਂ ਵੋਟ, ਤੇ ਇਹ ਕਹਿੰਦੇ ਵੀ 150 ਬੰਦਾ ਹੀ ਚਾਹੀਦਾ ਆਪਾਂ ਨੂੰ, ਤੇ ਉਹ ਵੀ ਬੰਦੇ ਕਰੀ ਜਾਣਗੇ। ਇਹ ਕਮਾਲ ਕਰ ਦਿੰਦੇ ਆ। ਹਰਮਨ ਜੀ, ਜੇ ਤੁਹਾਡਾ ਨਾਂ ਨੀਰਜ ਹੁੰਦਾ ਨਾ ਤਾਂ ਕਮਾਲਾਂ ਹੀ ਹੋ ਚੱਲੀਆਂ ਸੀ। ਹਰਮਨ ਥਿੰਨ ਤੋਂ ਹਾਲੇ ਵੀ ਨੀਰਜ ਕਰਵਾ ਲਓ। ਕਿਉਂ? ਤੁਸੀਂ ਅਖਬਾਰ ਦੇ ਵਿੱਚ ਲਵਾਓ ਜੀ ਆਪਦੇ ਬੇਬੇ ਬਾਪੂ ਦੇ ਹਵਾਲੇ ਨਾਲ ਕਿ ਅਸੀਂ ਆਪਣੀ ਧੀ ਦਾ ਨਾਮ ਬਦਲ ਕੇ ਨੀਰਜ ਰੱਖ ਦਿੱਤਾ ਹੈ, ਸੰਬੰਧਿਤ ਨੋਟ ਕਰਨ। ਨਹੀਂ, ਪਰ ਕਿਉਂ? ਇਹ ਤੁਸੀਂ ਲਿਖਵਾ ਕੇ ਨਾ ਇਦਾਂ ਅਖਬਾਰ ਲੈ ਜਾਓ ਨਾਲ ਗੁਜਰਾਤ ਦੇ ਵਿੱਚ, ਅੱਛਾ ਜੀ, ਭਰੂਚ ਖੇਤਰ ਦੇ ਵਿੱਚ, ਉੱਥੇ 501 ਰੁਪਏ ਦਾ ਸਕੂਟਰੀ 'ਚ ਮੁਫਤ ਪੈਟਰੋਲ। ਅੱਛਾ, ਜੇ ਤੁਸੀਂ ਵਾਲ ਵੂਲ ਰਗਵਾਉਣੇ ਹੁੰਨੇ ਆ, ਕਦੇ ਕਦੇ ਥੱਲਿਓਂ ਕਟਵਾਉਣੇ ਜੇ ਵੀ ਹੁੰਨੇ ਆ, ਕਟਵਾਉਣੇ ਹੁੰਨੇ ਨਾ, ਉਹ ਵੀ ਮੁਫਤ। ਇੱਕ ਮਿੰਟ, ਹਾਂ, ਗੁਜਰਾਤ ਜਾਣਾ ਪਊਗਾ ਨਾ ਟਾਣਾ ਸਾਹਿਬ? ਹਾਂਜੀ, 501 ਦਾ ਪੈਟਰੋਲ ਜੀ, ਗੁਜਰਾਤ ਚ ਜਾ ਕੇ। ਹਾਂ, ਟਿਕਟ ਗੁਜਰਾਤ ਦੀ ਉਹਨੇ ਦੀ ਆ ਜਾਣੀ ਹੈ। ਅੱਧ ਤੱਕ ਤਾਂ ਤੁਸੀਂ ਪੰਜਾਬ ਦੀ ਰੋਡਵੇਜ਼ 'ਚ ਚਲੇ ਜਾਣਾ। ਉਧਰੋਂ ਕੈਪਟਨ ਨੇ ਸਹੂਲਤ ਦਿੱਤੀ ਆ, ਉਹਨੂੰ ਤਾਂ ਮੌਜਾਂ ਚਾਰੇ ਪਾਸੇ। ਇਹ ਵੀ ਗੱਲ ਸਹੀ ਹੈ, ਅਗਲਾ ਤਾਂ ਵਿਚਾਰਾ ਬੰਦਾ ਹੀ ਜਾਂਦਾ। ਐਡੀ ਸਹੂਲਤ ਮਿਲ ਨਹੀਂ ਰਹੀ ਕਿਉਂਕਿ ਬੱਸਾਂ ਸਰਕਾਰੀ ਕਿੰਨੀਆਂ ਕੁ ਚੱਲਦੀਆਂ ਤੁਹਾਨੂੰ ਵੀ ਪਤਾ ਹੈ। ਹਾਂ ਹਾਂ, ਨਾਲੇ ਚਾਹੀਦਾ ਵਿਚਾਰ ਕੇ ਨਹੀਂ ਕਰਨਾ, ਜਿਵੇਂ ਉੱਥੇ ਪੈਟਰੋਲ ਪਵਾਉਣ ਚੱਲ ਗਈ ਤਾਂ ਉੱਥੋਂ ਅੱਜ ਕੱਲ ਸਕਾਈਪ ਤੇ ਚੱਲਦੇ ਆਪਣੇ। ਆਏ ਹੈ ਕੀ ਬਾਤ ਹੈ। ਨਹੀਂ, ਮੈਨੂੰ ਨਹੀਂ ਚਾਹੀਦਾ, ਪਰ ਟਾਣਾ ਸਾਹਿਬ ਇਹ ਗੱਲਾਂ ਸਾਰੀਆਂ ਇਸ ਲਈ ਕਰ ਰਹੇ ਨੇ ਕਿਉਂਕਿ ਨੀਰਜ ਨਾਲਿਆਂ ਦੀਆਂ ਮੌਜਾਂ ਲੱਗੀਆਂ ਪਈਆਂ ਨੇ। ਭਾਈ ਦੇਖੋ, ਇਹ ਇੱਕ ਤਰੀਕੇ ਨਾਲ ਲੋਕਾਂ ਦਾ ਸਨਮਾਨ ਦੇਣ ਦਾ ਤਰੀਕਾ ਹੈ ਨਾ। ਲੋਕ ਖੁਸ਼ ਨੇ ਕਿ ਮੁੰਡਾ ਸਾਡੇ ਦੇਸ਼ ਦੇ ਲਈ 골ਡ ਮੈਡਲ ਲੈ ਕੇ ਆਇਆ, ਇੱਕੋ ਇੱਕ ਇਕਲੌਤਾ 골ਡ ਮੈਡਲ। ਤੁਸੀਂ ਇਹ ਵੇਖੋ ਵੀ ਕਿੰਨੇ ਲੰਮੇ ਸਮੇਂ ਬਾਅਦ ਵੀ 골ਡ ਦਾ ਸੋਕਾ ਹੀ ਮੁਕਾ ਦਿੱਤਾ ਇਸ ਮੁੰਡੇ ਨੇ। ਸੋਨੇ ਦਾ ਸੋਕਾ ਮੁੱਕਿਆ ਜੀ, ਸੋਨੇ ਦਾ ਤਗਮੇ ਦਾ ਸੋਕਾ ਮੁੱਕਿਆ। ਹਾਂ, ਸੋ ਇਸ ਲਈ ਲੋਕ ਆਪਣੇ ਆਪਣੇ ਤਰੀਕੇ ਨਾਲ ਸਨਮਾਨ ਦੇ ਰਹੇ ਨੇ, ਪਿਆਰ ਦੇ ਰਹੇ ਨੇ। ਦੇਖੋ, ਬਹੁਤ ਚੰਗੀ ਗੱਲ ਆ। ਇਹ ਗੁਜਰਾਤ ਦੇ ਭਰੂਚ ਖੇਤਰ ਦੇ ਵਿੱਚ ਕੁਝ ਕੁ ਜਿਹੜੇ ਨਾਈ ਦੀ ਦੁਕਾਨ ਦਾ ਕੰਮ ਕਰਦੇ ਆ, ਕੁਝ ਕੁ ਜਿਹੜੇ ਪੈਟਰੋਲ ਪੰਪ ਆ, ਉਹਨਾਂ ਨੇ ਇਹ ਸਹੂਲਤ ਦਿੱਤੀ ਆ ਵੀ ਨੀਰਜ ਚੋਪੜਾ ਨੇ ਕਮਾਲ ਕੀਤੀ ਆ, ਭਾਲਾ ਸੁੱਟਿਆ ਕਮਾਲ ਦਾ, ਇਹ ਬਾਲਾ ਇਹ ਬਾਲਾ ਇਹ ਭਾਲਾ, ਤੇ ਉਹ ਕਹਿੰਦੇ ਵੀ ਅਸੀਂ ਨਾ ਹੁਣ ਮੁਫਤ ਦੇ ਵਿੱਚ ਚੀਜ਼ਾਂ ਦੇ ਰਹੇ ਆ। ਸੋ ਇਸ ਕਰਕੇ ਉਹਨਾਂ ਨੇ 15 ਦਿਨ ਦੇ ਲਈ ਨੀਰਜ ਨਾਂ ਦੇ ਲੋਕਾਂ ਦੇ ਮੁਫਤ ਦੇ ਵਿੱਚ ਵਾਲ ਕੱਟਣ ਦਾ ਐਲਾਨ ਕੀਤਾ, ਸ਼ੇਵ ਮੁਫਤ ਦੇ ਵਿੱਚ ਕਰਿਆ ਕਰਨਗੇ, ਤੇ 501 ਰੁਪਏ ਦੇ ਵਿੱਚ ਹਰ ਨੀਰਜ ਨੂੰ ਉਹ ਮੁਫਤ ਦੇ ਵਿੱਚ ਪੈਟਰੋਲ ਦਿਆ ਕਰਨਗੇ, 501 ਰੁਪਏ ਦੇ ਵਿੱਚ। ਪਰ ਆਧਾਰ ਕਾਰਡ ਲੈ ਕੇ ਜਾਣਾ, ਐਵੇਂ ਕਹਦੋ ਮੈਨੂੰ ਘਰੇ ਨੀਰਜੀ ਕਹਿੰਦੇ ਆ। ਇਹ ਵੀ ਸਹੀ ਹੈ, ਪਰ ਬਹੁਤ ਵਧੀਆ। ਦੇਖੋ, ਚੰਗੀ ਚੀਜ਼ ਆ, ਚੰਗਾ ਉਪਰਾਲਾ ਹੈ, ਲੋਕਾਂ ਦੀ ਸੋਚ ਜਿਹੜੀ ਹੈ ਸੋਹਣੀ ਸੋਚ ਦਾ ਇੱਕ ਨਮੂਨਾ ਹੈ ਇਹ, ਹਨਾ। ਸੋ ਚੰਗੀ ਚੀਜ਼ ਹੈ, ਅਗਲੇ ਨੂੰ ਵੀ ਕਿੰਨਾ ਮਾਣ ਹੁੰਦਾ ਹੋਊਗਾ। ਉਹ ਨਾਂ ਦੀ ਗੱਲ ਹੁੰਦੀ ਆ, ਕਹਿੰਦੇ ਵੀ ਇੱਕ ਵਾਰੀ ਨਾ ਕੋਈ ਅਗਵਾਕਾਰ ਸੀਗੇ,
ਉਹਨਾਂ ਨੇ ਇੱਕ ਮੁੰਡੇ ਨੂੰ ਤੇ ਇੱਕ ਕੁੜੀ ਨੂੰ ਅਗਵਾ ਕਰ ਲਿਆ ਪਾਰਕ 'ਚ ਬੈਠੇ ਸੀਗੇ ਮੁਹੱਬਤੀ ਪ੍ਰਕਿਰਿਆ ਵਾਲੇ। ਅੱਛਾ ਉਹ ਜੀ ਅਗਵਾ ਕਰਕੇ ਲੈ ਗਏ ਜੀ। ਉਹ ਕੁੜੀ ਦੇ ਪੁੜਪੜੀ ਤੇ ਰੱਖਦੇ ਪਿਸਤੌਲ। ਕਹਿੰਦੇ ਦੱਸ ਤੇਰਾ ਨਾਂ ਕੀ ਆ? ਕਹਿੰਦੀ ਬੇਬੋ। ਹਾਏ ਹਾਏ। ਕਹਿੰਦੇ ਨਾ ਇੰਨਾ ਪਿਆਰਾ ਛੱਡ ਦਿਓ ਇਹਨੂੰ। ਬਾਅਦ 'ਚ ਮੁੰਡੇ ਦੀ ਪੁੜਪੜੀ ਤੇ ਰੱਖ ਲਿਆ। ਕਹਿੰਦੇ ਦੱਸ ਵੀ ਤੇਰਾ ਨਾਂ ਕੀ ਆ? ਕਹਿੰਦਾ ਨਾ ਤਾਂ ਮੇਰਾ ਬੰਟੂ ਆ ਪਰ ਘਰ ਦੇ ਬੇਬੋ ਹੀ ਕਹਿੰਦੇ ਆ। ਤੇ ਬੰਟੂ ਵੀ ਛੱਡਦਾ। ਕੁਲਦੀਪ ਮਾਨਕ ਸਾਹਿਬ ਦਾ ਗਾਣਾ ਮੈਨੂੰ ਅੱਜ ਖਬਰ ਪੜ੍ਹ ਕੇ ਚੇਤੇ ਆਇਆ। ਕਿਹੜਾ? ਲੋਕੀ ਮੈਨੂੰ ਕਹਿੰਦੇ ਕਾਤੋਂ ਪੀਣਾ ਏ ਸ਼ਰਾਬ, ਸੋਨੇ ਜਿਹੀ ਜਿੰਦ ਇਹ ਤਾਂ ਕਰਦੀ ਖਰਾਬ, ਪਰ ਔਖੇ ਵੇਲੇ ਨਾਲ ਕੋਈ ਖੜਦਾ ਨਹੀਂ, ਤਾਈਓ ਪੀਤੀ ਤੋਂ ਬਗੈਰ ਸਾਡਾ ਸਰਦਾ ਨਹੀਂ। ਪਰ ਦਾਰੂ ਬਿਲਕੁਲ ਨਹੀਂ ਪੀਣੀ ਚਾਹੀਦੀ। ਮੈਂ ਤਾਂ ਖੁਦ ਕਹਿਣਾ ਜੀ, ਮੈਂ ਕਦੇ ਨਹੀਂ ਪੀਤੀ, ਕਿਸੇ ਨੂੰ ਵੀ ਨਹੀਂ ਪੀਣੀ ਚਾਹੀਦੀ। ਬਿਲਕੁਲ ਸਹੀ ਗੱਲ ਹੈ। ਉਹਨਾਂ ਨੇ ਇਹ ਗੱਲ ਕਹੀ, ਮੈਂ ਤਾਂ ਗਾਣੇ ਦੀ ਗੱਲ ਕੀਤੀ, ਮੈਂ ਥੋੜੀ ਆਖਿਆ ਮੈਂ ਪੀਣਾ। ਨਹੀਂ ਨਹੀਂ, ਪਰ ਗਾਣਾ ਤੁਹਾਨੂੰ ਕਿਉਂ ਚੇਤੇ ਆਇਆ? ਖਬਰ ਪੜ੍ਹ ਕੇ ਚੇਤੇ ਆ ਗਿਆ। ਕਿਹੜੀ ਖਬਰ? ਦਾਰੂ ਪੀਣ ਦੇ 3600 ਬਹਾਨੇ। ਲੈ, ਜਿਹੜੇ ਬੰਦੇ ਨੂੰ ਦਾਰੂ ਪੀਣ ਦੀ ਲੱਤ ਆ ਨਾ ਉਹ ਕਮਾਲ ਕਰੀ ਜਾਊਗਾ। ਮੇਰਾ ਇੱਕ ਦੋਸਤ ਆ, ਉਹ ਦਾਰੂ ਪੀਤੇ ਬਿਨਾ ਰਹਿੰਦਾ ਨਹੀਂ। ਉਹਦੇ 5-6 ਵਜੇ ਨਾ ਕੀੜੇ ਲੜਦੇ ਦਾਰੂ ਵਾਲੇ। ਉਹ ਫਿਰ ਬਹਾਨਾ ਜਿਹਾ ਬਣਾਊਗਾ, ਕਦੇ ਘਰ ਵਾਲੀ ਨੂੰ ਕਹੂਗਾ ਅੱਜ ਮੂਡ ਖਰਾਬ ਸੀ, ਕਦੇ ਕਹੂਗਾ ਅੱਜ ਦੋਸਤ ਦਾ ਜਨਮ ਦਿਨ ਸੀ, ਕਦੇ ਕਹੂਗਾ ਅੱਜ ਪੁਰਾਣੀ ਗੱਲ ਚੇਤੇ ਆ ਗਈ ਸੀ ਗਮ ਭੁਲਾਉਣ ਲਈ ਪੀ ਰਿਹਾ, ਕਦੇ ਕਹਿ ਦਿੰਦਾ ਆਪਣੇ ਤੋਂ ਕਦੋਂ ਗਰੀਬੀ ਜਾਊਗੀ ਮੈਂ ਇਸ ਕਰਕੇ ਪੀਣਾ, ਕਦੇ ਕਹੂਗਾ ਅੱਜ ਖੁਸ਼ੀ ਸੀ ਤਨਖਾਹ ਆ ਗਈ ਮੈਂ ਤਾਂ ਪੀਣਾ। ਉਹ ਕਹਿੰਦੀ ਕੋਈ ਨਾ ਕੋਈ ਦਿਨ ਛੱਡ ਵੀ ਦਿਆ ਕਰ, ਤੇਰਾ ਤਾਂ ਹਰ ਰੋਜ਼ ਸੋਮਵਾਰ ਮੰਗਲਵਾਰ ਬੁੱਧਵਾਰ ਦਾ ਕੰਮ ਹੀ ਇਹ ਆ। ਇਹ ਤਾਂ ਉਹੀ ਗੱਲ ਹੋ ਗਈ, ਕਹਿੰਦੇ ਉਹ ਅਸੀਂ ਪੀਂਦੇ ਨਹੀਂ, ਪੀਂਦੇ ਆ ਕਿਸੇ ਆਏ ਗਏ ਤੇ ਆਇਆ ਗਿਆ ਸੁੱਖ ਨਾ ਰੋਜ਼ ਹੀ ਹੁੰਦਾ। ਬਿਲਕੁਲ ਸਹੀ ਗੱਲ ਆ, ਪਰ ਮੈਨੂੰ ਨਹੀਂ ਅਜੇ ਤੱਕ ਹਰਮਨ ਬੰਦਾ ਲੱਭਿਆ। ਮੈਨੂੰ ਦੇਖੋ ਲੰਮਾ ਸਮਾਂ ਹੋ ਗਿਆ ਜਲੰਧਰ ਦੇ ਵਿੱਚ ਰਹਿੰਦਿਆਂ ਵੀ, ਅੱਜ ਤੱਕ ਮੈਨੂੰ ਕਿਸੇ ਬੰਦੇ ਨੇ ਇਹ ਮਜਬੂਰ ਨਹੀਂ ਕੀਤਾ ਵੀ ਭਾਈ ਆ ਦਾਰੂ ਪੀ ਲੈ ਮੇਰਾ ਜਨਮ ਦਿਨ, ਆ ਦਾਰੂ ਪੀ ਲੈ ਤੇਰਾ ਮੂਡ ਖਰਾਬ ਆ। ਟਾਣਾ ਸਾਹਿਬ ਕੋਈ ਧੱਕੇ ਨਾਲ ਥੋੜੀ ਮੂੰਹ ਚ ਪਾ ਦੂਗਾ, ਇਹ ਤਾਂ ਇੱਕ ਸਿਰਫ ਬਹਾਨਾ ਹੁੰਦਾ ਕਿ ਆਪਦੇ ਮਨ ਦੀ ਤਿਲਕਣਬਾਜ਼ੀ ਹੁੰਦੀ ਆ ਤੇ ਬਹਾਨਾ ਜਿਹਾ ਆਪਾਂ ਬਣਾ ਲੈਨੇ ਆ, ਐ ਨਹੀਂ ਐਉਂ ਹੋ ਗਿਆ। ਮੇਰੇ ਦੋਸਤ ਬਹੁਤ ਚੰਗੇ ਵੀ ਆ, ਬਹੁਤ ਸੂਝਵਾਨ ਵੀ ਆ, ਕਈ ਲੋਕ ਦਾਰੂ ਪੀਂਦੇ ਵੀ ਆ, ਪਰ ਜੇਕਰ ਉਹ ਦਾਰੂ ਪੀਂਦੇ ਹੋਣ ਤਾਂ ਮੈਂ ਕੋਲੇ ਬੈਠਾ ਠੰਡਾ ਪੀ ਜਾਂਦਾ। ਮੈਨੂੰ ਕਿਸੇ ਨੇ ਵੀ ਨਹੀਂ ਆਖਿਆ ਵੀ ਮੈਂ ਇੰਨਾ ਕੁ ਤੇਰੇ ਠੰਡੇ ਚ ਪਾ ਦਿੰਨਾ। ਮਨ ਦੀ ਮਰਜ਼ੀ ਆ, ਨਾ ਕੋਈ ਕਿਸੇ ਨਾਲ ਧੱਕਾ ਕਰੇ। ਦੇਖੋ ਮਨ ਦੇ ਬਹਾਨੇ ਹੁੰਦੇ ਨੇ ਇਹ, ਫਿਰ ਬੰਦਾ ਇਹੋ ਜਿਹੇ ਆਸਰੇ ਲੈਂਦਾ ਵੀ ਨਹੀਂ ਨਹੀਂ ਕੋਈ ਨਹੀਂ, ਉਹ ਕੋਲ ਸੀ, ਫਲਾਣੇ ਨੇ ਕਿਹਾ ਸੀ, ਫਲਾਣੇ ਨੇ ਸਹੁੰ ਦਿੱਤੀ ਸੀ। ਇਹ ਸਭ ਗੱਲਾਂ ਨੇ, ਜਿਹਨੇ ਪੀਣੀ ਆ ਨਾ ਉਹਨੇ ਪੀ ਹੀ ਲੈਣੀ, ਜਿਹਨੇ ਨਹੀਂ ਪੀਣੀ ਉਹ ਭਾਵੇਂ 100 ਸ਼ਰਾਬੀਆਂ ਚ ਬਿਠਾ ਦੋ, ਉਹਨੇ ਨਹੀਂ ਪੀਣੀ। ਜੀ ਬਿਲਕੁਲ ਸਹੀ ਗੱਲ ਆ। ਹਾਂ, ਤੇ ਆਪਾਂ ਚੱਲੀਏ ਖਬਰ ਵੱਲ। ਬਿਲਕੁਲ ਜੀ, ਖਬਰ ਇਹ ਆਈ ਆ ਵੀ ਜਿਹੜੀ ਇਹ ਤਾਲਾਬੰਦੀ ਸੀ ਨਾ, ਇਹ ਲੋਕਡਾਊਨ ਪੰਜਾਬ ਦੇ ਵਿੱਚ, ਇਹ ਜਿਹੜੀ ਕਾਉਂਸਲਿੰਗ ਕਰਨ ਵਾਲੇ ਹੁੰਦੇ ਜਦੋਂ ਮੀਆਂ ਬੀਵੀ ਦੀ ਵਿਗੜ ਜਾਂਦੀ ਆ, ਉਹਨਾਂ ਨੇ ਇਹ ਜਾਣਕਾਰੀ ਦਿੱਤੀ ਆ ਕਿ ਇਸ ਤਾਲਾਬੰਦੀ ਦੇ ਵਿੱਚ 70% ਦੀ ਕੇਸਾਂ ਦੇ ਵਿੱਚ ਵਾਧਾ ਹੋਇਆ। ਅੱਛਾ ਜੀ। ਉਹਦੇ ਵਿੱਚੋਂ 40% ਤੋਂ ਵੱਧ ਦਾਰੂ ਦੇ ਨਾਲ ਸੰਬੰਧਿਤ ਸਾਡੇ ਕੋਲੇ ਆਏ ਆ। ਕਿਉਂਕਿ ਘਰ ਵਾਲਾ ਕਹਿ ਦਿੰਦਾ ਸੀ ਮੈਂ ਦਾਰੂ ਤਾਂ ਪੀਣਾ, ਆਪਣਾ ਕਾਰੋਬਾਰ ਡੁੱਬੀ ਜਾਂਦਾ। ਪਹਿਲਾਂ ਵਰਗੀ ਗੱਲ ਨਹੀਂ ਰਹੀ ਕੰਮ ਦੇ ਵਿੱਚ, ਤੇ ਘਰ ਵਾਲੀ ਕਹਿੰਦੀ ਸੀ ਵੀ ਮੈਨੂੰ ਵੀ ਤਾਂ ਇਸ ਗੱਲ ਦਾ ਦੁੱਖ ਆ ਵੀ ਆਪਣੀ ਆਮਦਨ ਘਟ ਗਈ, ਹੁਣ ਮੈਂ ਕੀ ਪੀਵਾਂ। ਇਸ ਕਰਕੇ ਉਹ ਕਹਿੰਦੇ ਵੀ ਬਹੁਤ ਅਸੀਂ ਵਿਗੜੇ ਹੋਏ ਮਸਲੇ ਹੱਲ ਕੀਤੇ ਆ। ਮੈਨੂੰ ਇਹ ਕਦੇ ਨਹੀਂ ਸਮਝ ਆਇਆ ਟਾਣਾ ਸਾਹਿਬ ਵੀ ਲੋਕ ਇੱਕ ਪਾਸੇ ਕਹਿਣਗੇ ਗਰੀਬੀ ਹੋ ਗਈ, ਪੈਸਾ ਹੈ ਨਹੀਂ, ਦੂਜੇ ਪਾਸੇ ਪੈਸਾ ਨਸ਼ੇ ਦੇ ਉੱਪਰ ਖਰਾਬ ਕਰਨਗੇ ਵੀ ਜੇ ਉਹੀ ਪੈਸਾ ਤੁਸੀਂ ਸਾਂਭ ਲਓ ਤਾਂ ਉਹਦੇ ਨਾਲ ਰੋਟੀ ਚੱਲ ਸਕਦੀ ਆ, ਆਟਾ ਆ ਸਕਦਾ, ਸਬਜ਼ੀ ਆ ਸਕਦੀ, ਜਿਹੜੇ ਕਿ ਸਾਰੇ ਜੀ ਖਾਣਗੇ, ਤੇ ਦਾਰੂ ਤੁਸੀਂ ਇਕੱਲਿਆਂ ਨੇ ਪੀਣੀ ਤੇ ਉਹਦਾ ਸਿਹਤ ਨੂੰ ਨੁਕਸਾਨ ਵੀ ਹੋਊਗਾ। ਮੇਰੇ ਇੱਕ ਦੋਸਤ ਨੇ ਨਾ ਮੈਨੂੰ ਇੱਕ ਗੱਲ ਦੱਸੀ, ਉਦੋਂ ਮੈਂ ਬੜਾ ਭਾਵੁਕ ਹੋ ਗਿਆ। ਇਹ ਕਈ ਸਾਲ ਪੁਰਾਣੀ ਆ, ਮੇਰੇ ਹੁਣ ਚੇਤੇ ਆਈ ਆ ਜੀ। ਉਹਦਾ ਗਾਂ ਇੱਕ ਦੋਸਤ ਬੜੀ ਗਰੀਬੀ ਔਖੇ ਵੇਲੇ ਦੇ ਵਿੱਚੋਂ ਨਿਕਲ ਰਿਹਾ, ਹੁਣ ਸ਼ਾਇਦ ਉਹ ਠੀਕ ਵੀ ਹੋ ਗਿਆ ਹੋਵੇ ਜਾਂ ਮੈਨੂੰ ਜਾਣਕਾਰੀ ਨਹੀਂ। ਉਹਨੇ ਮੇਰੇ ਦੋਸਤ ਨੇ ਉਹਨੂੰ ਪੁੱਛਿਆ, ਕਹਿੰਦਾ ਵੀ ਆਪਣੀ ਬੱਚੀ ਕਿਹੜੀ ਕਲਾਸ 'ਚ ਹੋ ਗਈ? ਕਹਿੰਦਾ ਆਪਾਂ 3ਜੀ ਕਲਾਸ ਦੇ ਵਿੱਚੋਂ ਹਟਾ ਲਈ ਯਾਰ। ਕਿਉਂ? ਉਹ ਕਹਿੰਦਾ ਕਿਉਂ? ਕਹਿੰਦਾ ਵੀ ਘਰੇ ਗਰੀਬੀ ਬਹੁਤ ਆ ਤੇ ਔਖਾ ਸੀਗਾ, ਦਿਹਾੜੀ ਵੀ ਨਹੀਂ ਲੱਗਦੀ, ਬਹੁਤ ਤੰਗ ਪਰੇਸ਼ਾਨੀ ਦੇ ਵਿੱਚੋਂ ਨਿਕਲਦੇ ਆ। ਫਿਰ ਇੱਕ ਦਿਨ ਉਹਨੂੰ ਕਹਿੰਦਾ ਵੀ ਨਾ ਮੇਰੇ ਮੁੰਡੇ ਦਾ ਜਨਮ ਦਿਨ ਆ, ਪਹਿਲਾ ਜਨਮ ਦਿਨ ਤੂੰ ਆਈ ਜ਼ਰੂਰ, ਉੱਥੇ ਦਾਰੂ ਮੀਟ ਸਭ ਕੁਝ ਚੱਲੇ। ਤੇ ਉਹ ਕਹਿੰਦਾ ਵੀ ਹੁਣ ਪੈਸੇ ਕਿੱਥੋਂ ਆਏ? ਕਹਿੰਦਾ ਮੈਂ 50,000 ਰੁਪਇਆ ਨੇ ਵਿਆਜੂ ਫੜਿਆ, ਧੀ ਨੂੰ ਪੜਾਉਣ ਵਾਸਤੇ ਤੁਹਾਡੇ ਕੋਲੇ ਪੈਸੇ ਹੈ ਨਹੀਂ, ਤੇ ਮੁੰਡੇ ਦਾ ਜਨਮ ਦਿਨ ਤੁਸੀਂ ਡੀਜੇ ਲਾ ਕੇ ਤੇ ਭੰਗੜੇ ਪਾ ਕੇ ਤੇ ਦਾਰੂ ਪੀ ਕੇ ਤੇ ਕੁੱਕੜ ਚੂਣ ਕੇ ਮਨਾਉਣੇ ਆ, ਤੇ ਮਤਲਬ ਆਪਣੇ ਖੋਪੜ ਦੇ ਵਿੱਚ ਗੋਹਾ ਭਰਿਆ। ਬਿਲਕੁਲ ਸਹੀ ਹੈ, ਆਪਣੇ ਇੱਥੇ ਜੋ ਚਾਹੀਦਾ ਉਹ ਹੈ ਨਹੀਂ ਆ। ਪਤਾ ਨਹੀਂ ਕਿਹੋ ਜੀ ਮਾਨਸਿਕਤਾ ਵਾਲੇ ਲੋਕ ਨੇ, ਮੈਨੂੰ ਸਮਝ ਨਹੀਂ ਆਉਂਦੀ ਕਿ ਕੁੜੀ ਨੂੰ ਕਹਿਣਗੇ ਕਿ ਤੈਨੂੰ ਪੜਾਉਣਾ ਨਹੀਂ ਕਿਉਂਕਿ ਪੈਸੇ ਹੈ ਨਹੀਂ ਗਏ, ਤੇ ਮੁੜ ਕੇ ਉਹਦੇ ਵਿਆਹ ਦੇ ਉੱਤੇ ਲੱਖਾਂ ਰੁਪਈਆ ਖਰਚ ਕੇ ਉਹਨੂੰ ਦਾਜ ਦਹੇਜ ਨਾਲ ਦੇ ਕੇ ਤੇ ਫਿਰ ਤੋੜ ਦੇਣਗੇ। ਸਾਡਾ ਕੋਈ ਤਰਕ ਦੇ ਨਾਲ ਸੰਬੰਧ ਹੀ ਹੈ ਨਹੀਂ। ਜੇਕਰ ਕੋਈ ਤਰਕ ਕਰੇ ਕਹਿੰਦੇ ਲੈ ਐ ਥੋੜੀ ਹੁੰਦਾ, ਪਹਿਲਾਂ ਕਹਿਣਗੇ ਵੀ ਭਾਈ ਅਸੀਂ ਤਾਂ ਦਾਜ ਦਹੇਜ ਦੇਣਾ ਨਹੀਂ, ਬਾਅਦ ਦੇ ਵਿੱਚ ਕਰੀ ਜਾਣਗੇ ਇਹ ਅਸੀਂ ਆਪਦੀ ਧੀ ਨੂੰ ਤੋਹਫੇ ਦੇ ਰੂਪ ਦੇ ਵਿੱਚ ਚੀਜ਼ ਦੇਣ ਲੱਗੇ ਆ। ਪਹਿਲਾਂ ਕਹਿਣਗੇ ਮੁੰਡਾ ਖਾਂਦਾ ਪੀਂਦਾ ਨਾ ਹੋਵੇ,
ਤੇ ਜੇਕਰ ਮੁੰਡਾ ਨਾ ਖਾਂਦਾ ਪੀਂਦਾ ਹੋਵੇ ਤਾਂ ਉੱਥੇ ਜਾ ਕਰੀ ਜਾਣਗੇ ਲਾਲਾ ਘੁੱਟ ਇੱਕ, ਫਿਰ ਕੀ ਫਰਕ ਪੈਂਦਾ? ਫਿਰ ਕਹਿਣਗੇ ਉੱਥੇ ਬਰਾਤ ਦੇ ਲਈ ਬੋਤਲਾਂ ਖੋਲੀ ਬੈਠੇ ਹੁੰਦੇ ਆ। ਜੀ ਜੀ, ਫਿਰ ਕਹਿਣਗੇ ਜਵਾਈ ਆਇਆ ਇਹਦੀ ਸੇਵਾ ਕਰੋ, ਹਨਾ। ਇਹ ਸੇਵਾ ਦੇ ਮਤਲਬ ਸਾਨੂੰ ਬਦਲਨੇ ਪੈਣਗੇ, ਇਦਾਂ ਨਹੀਂ ਹੁੰਦਾ ਜਿੱਦਾਂ ਅਸੀਂ ਸੋਚਦੇ ਆ। ਥੋੜਾ ਜਿਹਾ ਜ਼ਿੰਦਗੀ ਦੇ ਵਿੱਚ ਤਰਕ ਨੂੰ ਲੈ ਕੇ ਆਈਏ, ਥੋੜਾ ਜਿਹਾ ਸਮਝ ਨੂੰ ਲੈ ਕੇ ਆਈਏ, ਥੋੜਾ ਜਿਹਾ ਇਹਨੂੰ ਵਰਤਣਾ ਸ਼ੁਰੂ ਕਰੀਏ, ਜ਼ਿਆਦਾ ਜ਼ਰੂਰੀ ਹੈ। ਇਹ ਕਿਤੇ ਆਪਾਂ ਸੌ ਨਹੀਂ ਖਾਦੀ ਵੀ ਬਿਨਾਂ ਝਰੀਟ ਲੱਗੀ ਰੱਬ ਨੂੰ ਵਾਪਸ ਕਰਨਾ ਹੈ, ਕੋਈ ਗੱਲ ਨਹੀਂ, ਵਰਤ ਲੈਣੇ। ਤੇ ਚਲਿਏ ਆਪਾਂ, ਬਿਲਕੁਲ ਚੱਲ ਗਏ ਜੀ। ਜਾਣ ਦਾ ਹੋ ਗਿਆ ਵੇਲਾ, ਤੇ ਆਪਣੀ ਪ੍ਰਤੀਕਿਰਿਆ ਜ਼ਰੂਰ ਸਾਡੇ ਤਾਈਂ ਪਹੁੰਚਾਓ। ਫਿਲਹਾਲ ਦੇ ਲਈ ਦੋਵਾਂ ਨੂੰ ਇਜਾਜ਼ਤ, ਸਤਿ ਸ਼੍ਰੀ ਅਕਾਲ। ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ। ਹਾਜ਼ਰ ਹੈ ਜੱਜ ਦਾ ਵਿਚਾਰ।